ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਦਾ ਪਹਿਲਾ ਹਿੱਸਾ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹੋ ਗਏ ਜੀ ਹਾਜ਼ਰ। ਮੈਂ ਇੱਥੇ ਟੋਰਾਂਟੋ ਸਟੂਡੀਓ ਤੋਂ ਹਰਜੀਤ ਗਿੱਲ ਤੇ ਮੇਰੇ ਨਾਲ ਜਗੀਰ ਸਿੰਘ ਕਾਲੋਂ ਪ੍ਰੋਫੈਸਰ ਸਾਹਿਬ ਮੇਰੇ ਨਾਲ ਨੇ। ਅਸੀਂ ਮਿਲ ਕੇ ਕਰਾਂਗੇ ਕੁਝ ਇੱਕ ਖਬਰਾਂ ਦੇ ਉੱਤੇ ਚਰਚਾ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। बहुत मेहरबानी जी। ਪ੍ਰੋਫੈਸਰ ਸਾਹਿਬ ਚਲੋ ਸ਼ੁਰੂ ਕਰਦੇ ਹਾਂ ਆਪਾਂ ਤਾਲਿਬਾਨ ਤੋਂ ਹੀ, ਫਿਰ ਆਪਣੇ ਮੁਲਕ ਦੀ ਇਲੈਕਸ਼ਨ ਦੀ ਗੱਲ ਕਰਾਂਗੇ। ਅਫਗਾਨਿਸਤਾਨ ਤੋਂ ਖਬਰਾਂ ਆ ਰਹੀਆਂ ਨੇ ਕਿ ਕੁਝ ਪੱਤਰਕਾਰਾਂ ਨੇ ਜਿਹੜੇ ਵੂਮਨ ਦੇ ਉੱਤੇ ਐਜੀਟੇਸ਼ਨ ਹੋ ਰਹੀ ਆ, ਤੁਹਾਨੂੰ ਇਹ ਧਿਆਨ ਹੋਣਾ ਕਿ ਵੂਮਨ ਦੇ ਉੱਤੇ ਵੀ ਕੋੜੇ ਮਾਰੇ ਗਏ ਨੇ। ਪਿਛਲੀ ਵਾਰ ਤੇ ਗੋਲੀਆਂ ਚਲਾ ਦਿੰਦੇ ਨੇ ਸਿੱਧੀਆਂ, ਹੁਣ ਕੋੜੇ ਮਾਰੇ ਔਰਤਾਂ ਨੂੰ। ਔਰ ਜਿਹੜੇ ਪੱਤਰਕਾਰ ਉਹਨੂੰ ਕਵਰ ਕਰ ਰਹੇ ਸੀ ਉਹਨਾਂ ਨੂੰ ਫੜ ਕੇ ਤੇ ਬਿਜਲੀ ਦੀਆਂ ਤਾਰਾਂ ਨਾਲ ਕਹਿੰਦੇ ਆ ਕੁੱਟਿਆ ਸਾਨੂੰ ਛਾਂਟਿਆਂ ਵਾਂਗੂ, ਜਿੱਦਾਂ ਜਾਨਵਰ ਨਾਲ ਨਹੀਂ ਸਲੂਕ ਕਰੀਦਾ ਇਸ ਤਰ੍ਹਾਂ ਦਾ ਸਲੂਕ। ਤੇ ਕੁਝ ਇੱਕ ਨਿਊਜ਼ ਚੈਨਲਾਂ ਦੇ ਤਸਵੀਰਾਂ ਲਾਈਆਂ ਨੇ ਜਿਹੜੇ ਬੁਰੀ ਤਰ੍ਹਾਂ ਜ਼ਖਮੀ ਨੇ ਪੱਤਰਕਾਰ। ਪਹਿਲਾਂ ਗਿੱਲ ਸਾਹਿਬ ਇਹ ਗੱਲਾਂ ਆਉਂਦੀਆਂ ਸੀਗੀਆਂ, ਇਹਨਾਂ ਦੀ ਚਰਚਾ ਵੀ ਹੁੰਦੀ ਸੀਗੀ, ਉਹ ਦਾਅਵਾ ਵੀ ਜਿਹੜੇ ਆ ਉਹ ਤਾਲਿਬਾਨ ਕਰਦੇ ਸੀਗੇ ਕਿ ਇਹ ਜਿਹੜਾ 1995 ਤੋਂ 2001 ਤੱਕ ਤਾਲਿਬਾਨ ਦਾ ਰਾਜ ਸੀਗਾ, ਇਹ ਤਾਲਿਬਾਨ ਉਹ ਨਹੀਂ ਹੋਣਗੇ, ਇਹ ਡਿਫਰੈਂਟ ਹੋਣਗੇ। ਅਸੀਂ ਆਪਣੇ ਇਸ ਚੈਨਲ ਤੋਂ ਵੀ ਤੇ ਨਿੱਜੀ ਤੌਰ ਤੇ ਵੀ ਤੇ ਬਹੁਤ ਸਾਰਾ ਜਿਹੜਾ ਮੀਡੀਆ ਹੈ ਉਹਨਾਂ ਨੇ ਵੀ ਔਰ ਸਿਆਣੇ ਲੋਕਾਂ ਨੇ ਵੀ ਇਹ ਖਦਸ਼ਾ ਪ੍ਰਗਟ ਕੀਤਾ ਸੀਗਾ ਕਿ ਇਹ ਤਾਲਿਬਾਨ ਉਹੀ ਤਾਲਿਬਾਨ ਹੋਣਗੇ, ਇਹਨਾਂ ਦੇ ਵਿੱਚ ਇਹਨਾਂ ਦੀ ਪਹੁੰਚ ਦੇ ਵਿੱਚ ਕੋਈ ਫਰਕ ਹੋਣ ਦੀ ਸੰਭਾਵਨਾ ਨਹੀਂ ਹੈ। ਸੋ ਇਹ ਜਿਹੜੀਆਂ ਘਟਨਾਵਾਂ ਨੇ ਜਿਨ੍ਹਾਂ ਦਾ ਤੁਸੀਂ ਵੀ ਜ਼ਿਕਰ ਕੀਤਾ ਹੈਗਾ ਕਿ ਪੱਤਰਕਾਰਾਂ ਨੂੰ ਵੀ ਜਿਹੜੇ ਉਹ ਛਾਂਟੇ ਮਾਰੇ ਗਏ ਔਰ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੋੜੇ ਮਾਰੇ ਗਏ। ਤੇ ਪਹਿਲਾਂ ਹੀ ਤੁਹਾਨੂੰ ਪਤਾ ਹੈ ਬਈ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਸੀਗੀ ਕਿ ਜਿਹੜੀਆਂ ਟੀਵੀ ਐਂਕਰ ਹੈਗੀਆਂ ਉਹ ਕੋਈ ਜਿਹੜੀਆਂ ਹੁਣ ਨਹੀਂ ਰਹਿਣਗੀਆਂ, ਔਰ ਜਿਹੜੀਆਂ ਔਰਤਾਂ ਆ ਉਹ ਉਸੇ ਤਰ੍ਹਾਂ ਹੀ ਉਹਨਾਂ ਨੂੰ ਰਹਿਣਾ ਪਏਗਾ ਜਿੱਦਾਂ ਉਹਨਾਂ ਦੇ ਪਿਛਲੇ ਜਿਹੜਾ ਟਰਮ ਸੀਗੀ ਰਾਜ ਦੀ ਉਹਦੇ ਵਿੱਚ ਰਹਿੰਦੀਆਂ ਸੀਗੀਆਂ, ਕਿ ਉਹਨਾਂ ਨੂੰ ਕੋਈ ਆਜ਼ਾਦੀ ਨਹੀਂ ਹੋਏਗੀ। ਇੱਕ ਮੇਰੇ ਦੋਸਤ ਨੇ ਮੈਨੂੰ ਭੇਜੀ WhatsApp ਭੇਜਿਆ, ਉਹਦੇ ਵਿੱਚ ਇੱਕ ਪਤੀ ਜਿਹੜਾ ਹੈਗਾ ਨਾ ਉਹਦੀ ਘਰ ਵਾਲੀ ਜਿਹੜੀ ਆ ਉਹਨੇ ਬੁਰਕਾ ਪਾਇਆ, ਮਤਲਬ ਸਾਰੀ ਉਹ ਢੱਕੀ ਆ ਤੇ ਮੂੰਹ ਤੇ ਵੀ ਬੁਰਕਾ ਆ, ਤੇ ਉਹ ਉਹਦੀ ਸੈਲਫੀ ਲੈ ਰਿਹਾ ਤੇ ਉਹਨੂੰ ਕਹਿ ਰਿਹਾ ਸਮਾਈਲ। ਮਤਲਬ ਇੱਕ ਤਰੀਕੇ ਨਾਲ ਉਹਨੂੰ ਤੁਸੀਂ ਕਾਰਟੂਨ ਵੀ ਕਹਿ ਸਕਦੇ ਆ ਕਿ ਇਸ ਕਿਸਮ ਦਾ ਜਿਹੜਾ ਰਾਜ ਹੈ ਉਹ ਉਹਨਾਂ ਨੇ ਸ਼ੁਰੂ ਕੀਤਾ ਆ, ਔਰ ਇਸ ਕਿਸਮ ਦੇ ਜਿਹੜੇ ਜ਼ੁਲਮ ਸਿਤਮ ਆ ਉਹਨਾਂ ਦੀ ਉਮੀਦ ਲੋਕਾਂ ਨੂੰ ਕਰਨੀ ਚਾਹੀਦੀ ਆ। ਤੇ ਇਹ ਕੰਡੈਮਨੇਬਲ ਹੈਗੀ ਆ ਜਿਹੜਾ ਔਰਤਾਂ ਨੂੰ ਕੋੜੇ ਮਾਰਨੇ ਵੀ, ਔਰ ਜਿਹੜੇ ਕਵਰ ਕਰ ਰਹੇ ਆ ਪੱਤਰਕਾਰ, ਜੇ ਔਰਤਾਂ ਉੱਥੇ ਸੇਫ ਨਹੀਂ, ਜੇ ਪੱਤਰਕਾਰ ਸੇਫ ਨਹੀਂ, ਤੇ ਉਹ ਰਾਜ ਕਿਸ ਕਿਸਮ ਦਾ ਹੋਵੇਗਾ ਇਹਦਾ ਅੰਦਾਜ਼ਾ ਭਲੀ ਭਾਂਤ ਲਾਇਆ ਜਾ ਸਕਦਾ। ਔਰ ਇਹ ਜਿਨ੍ਹਾਂ ਲੋਕਾਂ ਨੂੰ ਜਾਂ ਜਿਹੜੇ ਲੋਕ ਜਾਂ ਤਾਲਿਬਾਨ ਇਹ ਦਾਅਵਾ ਕਰਦੇ ਸੀਗੇ ਕਿ ਅਸੀਂ ਹੁਣ ਉਹ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਆ ਉਹਦੇ ਤੋਂ ਹੀ ਸਿੱਖਾਂਗੇ, ਪਰ ਉਹਨਾਂ ਦੀ ਕੋਈ ਉਹ ਗਲਤੀ ਨਹੀਂ ਮੰਨਦੇ ਤੇ ਨਾ ਹੀ ਉਹਨਾਂ ਨੇ ਸਿੱਖਣਾ ਆ। ਸੋ ਉਹਦੇ ਵਿੱਚੋਂ ਜੋ ਇਹ ਹੋਇਆ ਹੈਗਾ ਇਹਦੋਂ ਵੀ ਵੱਧ ਜ਼ੁਲਮ ਜਿਹੜਾ ਉਹ ਹੋਣ ਦੀ ਸੰਭਾਵਨਾ ਗਿੱਲ ਸਾਹਿਬ ਆਂਕੀ ਜਾ ਸਕਦੀ ਆ। ਬਿਲਕੁਲ ਜੀ ਪ੍ਰੋਫੈਸਰ ਸਾਹਿਬ, ਬ੍ਰਿਕਸ ਦਾ ਸੰਮੇਲਨ ਹੋਇਆ ਜਿਹਦੇ ਵਿੱਚ 5 ਵੱਡੇ ਮੁਲਕ ਨੇ ਜਿਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਆ ਕਿ ਜਿਹੜਾ ਤਾਲਿਬਾਨ ਦੀ ਹਕੂਮਤ ਆ ਰਹੀ ਆ ਉਹ ਦੁਨੀਆ ਲਈ ਇੱਕ ਖਤਰੇ ਦੀ ਘੰਟੀ ਆ। ਜਿਹੜੇ ਬ੍ਰਿਕਸ ਵਾਲੇ ਕੰਟਰੀ ਤੁਹਾਨੂੰ ਪਤਾ, ਤੇ ਉੱਥੇ ਅਫਗਾਨਿਸਤਾਨ 'ਚ ਅਮਰੀਕਾ ਦੇ ਬਾਰੇ ਗੱਲ ਕਰਦੇ ਹੋਇਆ ਪੁਤਿਨ ਸਾਹਿਬ ਨੇ ਕਿਹਾ ਆ ਕਿ ਇਸ ਤਰ੍ਹਾਂ ਅਮਰੀਕਾ ਦਾ ਜਿਹੜਾ ਨਿਕਲਣਾ ਆ ਉਹਦੇ ਨਾਲ ਹੀ ਸਾਰਾ ਸੰਕਟ ਪੈਦਾ ਹੋਇਆ, ਇਹ ਸਾਰੀ ਦੀ ਸਾਰੀ ਗਲਤੀ ਅਮਰੀਕਾ ਦੀ ਆ। ਅਮਰੀਕਾ ਦੀ ਦੇਖੋ, ਇਹਨੂੰ ਗਲਤੀ ਕਹਿ ਲਓ, ਸਾਜ਼ਿਸ਼ ਵੀ ਕਿਹਾ ਜਾ ਸਕਦਾ ਇਹਨੂੰ ਗਿੱਲ ਸਾਹਿਬ। ਇਹ ਉਹਨਾਂ ਦੀ ਸਾਜ਼ਿਸ਼ ਵੀ ਕਹੀ ਜਾ ਸਕਦੀ ਆ ਕਿ ਉਹਨਾਂ ਨੇ ਤਾਲਿਬਾਨ ਨਾਲ ਮਿਲ ਕੇ ਇਹ ਸਾਰੀ ਕਾਰਵਾਈ ਜਿਹੜੀ ਆ ਕੀਤੀ ਆ। ਔਰ ਜਿਹੜੇ ਆਪਣੇ ISL ਵਾਲੇ ਜਿਹੜੇ ਦੋਸ਼ ਲਾਉਂਦੇ ਆ ਉਹ ਦਰੁਸਤ ਆ ਕਿ ਨਹੀਂ ਤਾਂ ਇੰਨੀ ਛੇਤੀ ਕਦੀ ਹੋ ਨਹੀਂ ਸਕਦਾ
ਔਰ ਇਹ ਦੇਖੋ ਇਦਾਂ ਕਦੀ ਕਿਸੇ ਨੇ ਦੇਖਿਆ ਨਹੀਂ ਵੀ ਕੋਈ ਜੇ ਤੁਸੀਂ ਉੱਥੋਂ ਫੌਜਾਂ ਕੱਢਣੀਆਂ ਵੀ ਆ ਤੇ ਪਹਿਲਾਂ ਤੁਸੀਂ ਹਾਲਾਤ ਦਾ ਜਾਇਜ਼ਾ ਲੈਣਾ ਬਣਦਾ। ਔਰ ਦੂਜੀ ਗੱਲ ਇਹ ਆ ਕਿ ਇਹ ਉੱਥੋਂ ਇਦਾਂ ਭੱਜੇ ਆ ਵੀ ਜਿੱਦਾਂ ਮਤਲਬ ਕੋਈ ਡਾਂਗ ਲਾ ਕੇ ਮਗਰ ਪਿਆ ਹੋਵੇ। ਤੇ ਇਹ ਜਿਹੜੀ ਗੱਲ ਹੈਗੀ ਆ ਇਹ ਮੈਂ ਸਮਝਦਾ ਵੀ ਜ਼ਰੂਰੀ ਇਸ ਗੱਲ ਤੋਂ ਨਤੀਜਾ ਇਹ ਨਿਕਲਦਾ ਆ ਬਈ ਅਮਰੀਕਾ ਦਾ ਜਿਹੜਾ ਪੁਤਨ ਦੋਸ਼ ਲਾਉਂਦੇ ਆ, ਮੈਨੂੰ ਲੱਗਦਾ ਆ ਵੀ ਇਹ ਦਰੁਸਤ ਆ। ਔਰ ਗਲਤੀ ਨਾਲੋਂ ਵੀ ਮੈਂ ਕਹਿੰਦਾ ਵੀ ਇਹ ਸਾਜ਼ਿਸ਼ ਉਹਨੂੰ ਕਹਿਣਾ ਚਾਹੀਦਾ ਆ ਕਿ ਜਿਹੜਾ ਕੋਈ ਅਮਨ ਹੋਣ ਦੀ ਸੰਭਾਵਨਾ ਹੁੰਦੀ ਹੈ ਦੁਨੀਆ ਦੇ ਵਿੱਚ, ਉਹ ਕੋਈ ਨਾ ਕੋਈ ਚਿੰਜੜੀ ਜਿਹੜੀ ਆ ਉਹ ਛਿੜੀ ਰਹੇ। ਔਰ ਇਹ ਚਿੰਜੜੀ ਜਿਹੜੀ ਆ ਮੈਨੂੰ ਵੀ ਮਹਿਸੂਸ ਹੁੰਦਾ ਵੀ ਅਮਰੀਕਾ ਨੇ ਜਾਣ ਕੇ ਛੇੜੀ ਲੱਗਦੀ ਆ। ਬਿਲਕੁਲ। ਔਰ ਜਿੱਦਾਂ ਦੁਨੀਆ ਹੁਣ ਕਹਿ ਰਹੀ ਹੈ ਸਾਰੀ, ਇੱਥੋਂ ਤੱਕ ਕਿ ਤੁਰਕੀ ਨੇ ਵੀ ਕਹਿ ਦਿੱਤਾ ਕਿ ਕਾਹਲੀ ਨਾ ਕਰੇ ਦੁਨੀਆ ਅਜੇ। ਹਾਲਾਂਕਿ ਤੁਰਕੀ ਨੂੰ ਉੱਥੋਂ ਦਾ ਜਿਹੜਾ ਇਸਲਾਮਿਕ ਬਰਾਦਰ ਮੁਲਕ ਮੰਨਿਆ ਜਾਂਦਾ ਹੈ, ਔਰ ਤੁਰਕੀ ਨੇ ਵੀ ਕਿਹਾ ਕਿ ਬਹੁਤ ਜਲਦਬਾਜ਼ੀ 'ਚ ਉਹਨਾਂ ਨੂੰ ਅਜੇ ਵੇਖਣ ਦੀ ਲੋੜ ਆ ਕਿ ਉਹ ਕਿੱਦਾਂ ਦਾ ਰਾਜ ਕਰਦੇ। ਉਹ ਕਹਿੰਦੇ ਜੋ ਮਰਜ਼ੀ ਨੇ, ਪਰ ਅਜੇ ਵੇਖਣ ਦੀ ਲੋੜ ਆ। ਤੁਰਕੀ ਨੇ ਵੀ ਭਾਰਤ ਦੀ ਤਰ੍ਹਾਂ ਪ੍ਰੋਫੈਸਰ ਸਾਹਿਬ ਕਹਿੰਦੇ ਆ ਕਿ ਉੱਥੇ ਬਹੁਤ ਜ਼ਿਆਦਾ ਇਨਵੈਸਟਮੈਂਟ ਕੀਤੀ ਸੀ ਔਰ ਬੜਾ ਉਹਨੇ ਹੱਥ ਉਠਾਇਆ ਸੀ ਵੀ ਤੁਰਕੀ ਕੰਟਰੀ ਜਿਹੜਾ ਆ ਮੁੜ ਆਪਣੇ ਪੈਰਾਂ ਤੇ ਖੜਾ ਰਿਹਾ। ਤੁਹਾਨੂੰ ਯਾਦ ਹੋਣਾ ਕਿ ਸੈਕੰਡ ਵਰਲਡ ਵਾਰ ਦੇ ਵੇਲੇ ਉਹਨਾਂ ਤੇ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਗਈਆਂ ਸੀ ਕਿ 23 'ਚ ਜਾ ਕੇ ਉਹਨਾਂ ਤੋਂ ਰਿਲੀਜ਼ ਹੋਣੀਆਂ ਨੇ। ਇਹ ਮੇਰੇ ਖਿਆਲ 100 ਸਾਲ ਦੀ ਉਹਨਾਂ ਤੇ ਪਾਬੰਦੀਆਂ ਲੱਗੀਆਂ ਹੋਈਆਂ ਸੀਗੀਆਂ। ਤੇ ਉਹਨਾਂ ਨੇ ਕਈ ਮੁਲਕਾਂ ਦੇ ਵਿੱਚ ਜਿੱਦਾਂ ਉਹਨਾਂ ਹੁਣ ਤਰੱਕੀ ਕੀਤੀ ਆ ਔਰ ਮੁੜੇ ਆ, ਫਿਰ ਉਹ ਵੀ ਖੈਰ ਇਸਲਾਮ ਵੱਲ ਵੀ ਮੁੜ ਰਹੇ ਹੌਲੀ ਹੌਲੀ। ਪਰ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਮੁਸਲਿਮ ਕੰਟਰੀ ਆ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ, ਮੈਂ ਪਿਛਲੇ ਸਾਲ ਪਾਕਿਸਤਾਨ ਗਿਆ ਸੀਗਾ ਤੇ ਮੈਂ ਤੁਹਾਨੂੰ ਸ਼ਾਇਦ ਜ਼ਿਕਰ ਕੀਤਾ ਹੋਵੇ ਕਦੀ ਆਫ ਦੀ ਏਅਰ, ਕਿ ਉੱਥੇ ਜਾ ਕੇ ਅਸੀਂ ਲਾਹੌਰ 'ਚ ਜਿਹੜੀ ਸਫਾਈ ਦਾ ਪ੍ਰਬੰਧ ਦੇਖਿਆ ਸੀ, ਹੈਰਾਨ ਹੋ ਗਏ ਕਿ ਭਾਰਤ ਵਾਲੇ ਪਾਸੇ ਅਸੀਂ ਅੰਮ੍ਰਿਤਸਰ ਤੋਂ ਅਜੇ 70 ਕਿਲੋਮੀਟਰ ਦੂਰ ਨਹੀਂ ਗਏ, ਨੇੜੇ ਹੀ ਬੈਠੇ ਆ ਤੇ ਇੰਨੀ ਸਫਾਈ ਐ ਲੱਗਦਾ ਕਿ ਜਿਵੇਂ ਹੋਰ ਕਿਸੇ ਮੁਲਕ 'ਚ ਆ ਗਏ ਹੋਈਏ। ਤੇ ਉੱਥੇ ਬਾਅਦ 'ਚ ਸਾਨੂੰ ਦੱਸਿਆ ਗਿਆ ਕਿ ਤੁਰਕੀ ਦੀ ਕਿਸੇ ਫਰਮ ਨੂੰ ਕੰਟਰੈਕਟ ਦਿੱਤਾ ਹੋਇਆ ਲਾਹੌਰ ਨੂੰ ਸਾਫ਼ ਰੱਖਣ ਦਾ। ਔਰ ਮਤਲਬ ਇਹ ਕਿ ਤੁਰਕੀ ਵਾਲਿਆਂ ਨੇ ਬਹੁਤ ਤਰੱਕੀ ਕੀਤੀ ਔਰ ਜਿਹੜੇ ਇਸਲਾਮਿਕ ਮੁਲਕ ਨੇ ਉਹਨਾਂ ਦੀ ਬੜੀ ਮਦਦ ਕੀਤੀ। ਅਫਗਾਨਿਸਤਾਨ 'ਚ ਵੀ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਇਨਵੈਸਟਮੈਂਟ ਕੀਤੀ ਹੈ ਭਾਰਤ ਦੀ ਤਰ੍ਹਾਂ। ਉਹ ਵੀ ਕਾਫੀ ਨਿਰਾਸ਼ ਨਜ਼ਰ ਆ ਰਹੇ ਨੇ। ਮੈਂ ਕਹਿੰਦਾ ਜੀ ਤੁਰਕੀ ਦੀ ਜਿਹੜੀ ਪਹੁੰਚ ਆ ਉਹ ਠੀਕ ਲੱਗਦੀ ਆ ਇਸ ਗੱਲੋਂ ਕਿ ਜਿੰਨਾ ਚਿਰ ਇਹਨਾਂ ਦੀ ਕਾਰਕਰਦਗੀ ਜਿਹੜੀ ਆ ਤਾਲਿਬਾਨ ਹਕੂਮਤ ਦੀ ਉਹ ਦੇਖ ਨਹੀਂ ਲੈਂਦੇ, ਉਹਨਾਂ ਚਿਰ ਉਹਦੇ ਸੰਬੰਧ ਦੇ ਵਿੱਚ ਕੋਈ ਫੈਸਲਾ ਕਰਨਾ, ਉਹਨੂੰ ਮਾਨਤਾ ਦੇਣ ਬਾਰੇ ਸੋਚਣਾ, ਇਹ ਜਲਦਬਾਜ਼ੀ ਵਾਲੀਆਂ ਗੱਲਾਂ ਆ। ਔਰ ਨਤੀਜੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਵੀ ਜਿਵੇਂ ਆਪਾਂ ਹੁਣੇ ਪਹਿਲਾਂ ਜ਼ਿਕਰ ਕਰਕੇ ਹਟੇ ਆ ਵੀ ਔਰਤਾਂ ਨੂੰ ਕੋੜੇ ਮਾਰੇ ਗਏ ਤੇ ਪੱਤਰਕਾਰ ਜਿਹੜੇ ਆ ਉਹਨਾਂ ਨੂੰ ਬਿਜਲੀ ਦੀਆਂ ਤਾਰਾਂ ਨਾਲ ਛਾਂਟਿਆਂ ਵਾਂਗੂ ਕੁੱਟਿਆ ਗਿਆ। ਸੋ ਇਹ ਬ੍ਰਿਕਸ ਦੀ ਜਿਹੜੀ ਚਿੰਤਾ ਹੈਗੀ ਆ ਉਹ ਵੀ ਬੜੀ ਵਾਜਬ ਆ। ਔਰ ਨਾਲ ਦੀ ਨਾਲ ਜਿਹੜੀ ਤੁਰਕੀ ਦੀ ਪਹੁੰਚ ਹੈਗੀ ਆ ਉਹ ਵੀ ਅੱਖਾਂ ਖੋਲ੍ਹਣ ਵਾਲੀ ਆ। ਔਰ ਇਹ ਗੱਲ ਜਿਹੜੀ ਆ ਉਹ ਜਿਹੜੀ ਅਮਰੀਕਾ ਦੀ ਸਾਜ਼ਿਸ਼ ਆ ਉਹ ਹੌਲੀ ਹੌਲੀ ਜਿਹੜੀ ਆ ਉਹ ਨੰਗੀ ਹੋ ਰਹੀ ਆ। ਔਰ ਇਹ ਚੰਗੀ ਗੱਲ ਆ ਕਿ ਬ੍ਰਿਕਸ ਵਾਲੇ ਵੀ ਬੋਲੇ ਆ ਔਰ ਤੁਰਕੀ ਵਾਲਿਆਂ ਨੇ ਵੀ ਇਹਦੇ ਤੇ ਕਮੈਂਟ ਕੀਤਾ ਹੈਗਾ। ਇਹਦੇ ਨਾਲ ਹੋਰ ਜਿਹੜੇ ਦੇਸ਼ ਹੈਗੇ ਆ ਉਹਨਾਂ ਨੂੰ ਵੀ ਇਸ ਪਾਸੇ ਨੂੰ ਤੁਰਨਾ ਚਾਹੀਦਾ ਆ, ਕਿਉਂਕਿ ਇਹ ਇਸ ਵੇਲੇ ਇਕੱਲਾ ਸਾਊਥ ਏਸ਼ੀਆ ਜਾਂ ਏਸ਼ੀਅਨ ਕੰਟਰੀ ਲਈ ਖਤਰਾ ਨਹੀਂ ਹੈ। ਇਹ ਜਿਹੜੀ ਵਰਲਡ ਪੀਸ ਹੈਗੀ ਆ, ਦੁਨੀਆ ਦਾ ਅਮਨ ਜਿਹੜਾ ਹੈਗਾ ਉਹ ਇਹਦੇ ਨਾਲ ਖਤਰੇ 'ਚ ਪੈ ਗਿਆ ਹੈਗਾ। ਕਿਉਂਕਿ ਜਿਹੜੇ ਤਾਲਿਬਾਨ ਆ ਉਹਨਾਂ ਨੂੰ ਇਹ ਪਤਾ ਆ ਵੀ ਸਾਨੂੰ ਅਮਰੀਕਾ ਨੇ ਖੁੱਲ੍ਹ ਦਿੱਤੀ ਆ, ਅਮਰੀਕਾ ਨੇ ਇਹ ਸਾਡੀ ਜਿਹੜੀ ਹਸਤੀ ਆ ਉਹਨੂੰ ਇਸ ਥਾਂ ਲਿਆਂਦਾ ਹੈਗਾ। ਔਰ ਆਪਣੀਆਂ ਕੇਵਲ ਫੌਜਾਂ ਹੀ ਨਹੀਂ ਉਹਨਾਂ ਨੇ ਵਾਪਸ ਕੀਤੀਆਂ, ਬਹੁਤ ਸਾਰਾ ਗੋਲੀ ਸਿੱਕਾ ਹਥਿਆਰ ਤੇ ਵਹੀਕਲ ਜਿਹੜੇ ਆ ਉਹ ਇੱਥੇ ਛੱਡ ਵੀ ਗਏ ਆ। ਸੋ ਇਹ ਬ੍ਰਿਕਸ ਦੀ ਬੜੀ ਵਾਜਬ ਚਿੰਤਾ ਆ ਵੀ ਇਹ ਦੁਨੀਆ ਦੇ ਅਮਨ ਵਾਸਤੇ ਬਹੁਤ ਖਤਰੇ ਵਾਲੀ ਗੱਲ ਆ। ਅੱਛਾ, ਆਪਾਂ ਥੋੜਾ ਜਿਹਾ ਆਪਣੇ ਮੁਲਕ ਦੀ ਇਲੈਕਸ਼ਨ ਦੀ ਗੱਲ ਕਰੀਏ। ਆਪਾਂ ਕੱਲ ਵੀ ਮਿਲੇ ਸੀ ਕਿਤੇ ਤੇ ਗੱਲ ਕਰ ਰਹੇ ਸੀ ਕਿ ਐਰਕੀ ਦੀ ਜਿਹੜੀ ਇਲੈਕਸ਼ਨ ਹੈ ਬੜੀ ਕੁਆਇਟ ਹੈ, ਮਤਲਬ ਲੋਕੀ ਬਹੁਤੇ ਜਿਹੜੇ ਆ ਉਹ 'ਚ ਇੰਟਰਸਟ ਨਹੀਂ ਲੈ ਰਹੇ ਅਜੇ ਤੱਕ। ਅੱਜ ਡਿਬੇਟ ਹੋਣੀ ਹੈ ਜਿਹੜੀ ਇੰਗਲਿਸ਼ ਵਾਲੀ ਪਹਿਲੀ, ਇਹਦੇ ਤੋਂ ਬਾਅਦ ਕਾਫੀ ਚੀਜ਼ਾਂ ਦਾ ਸਾਨੂੰ ਪਤਾ ਲੱਗਣਾ ਹੈ ਕਿ ਲੋਕ ਕਿਸ ਤਰ੍ਹਾਂ ਦੀ ਹਿਲਜੁਲ ਕਰਦੇ ਆ। ਕੱਲ ਜਿਹੜੇ ਨਵੇਂ ਕੋਈ ਸਰਵੇਖਣ ਆਉਣਗੇ ਉਹਨਾਂ ਤੋਂ ਪਤਾ ਲੱਗੂਗਾ ਕਿ ਕਿਹੜੇ ਲੀਡਰ ਨੇ ਜ਼ਿਆਦਾ ਪ੍ਰਭਾਵਿਤ ਕੀਤਾ ਤੇ ਕੀ ਹੋਇਆ। ਪਰ ਅਜੇ ਫਿਲਹਾਲ ਜਿਹੜੇ ਲੋਕ ਆ ਉਹ ਵੇਟ ਐਂਡ ਵਾਚ ਦੀ ਪਾਲਿਸੀ ਤੇ ਟਿਕੇ ਹੋਏ ਆ
ਤੇ ਨੈਕ ਟੂ ਨੈਕ ਫਾਈਟ ਜਿਹੜੀ ਆ ਚੱਲੀ ਆ ਰਹੀ, ਗੱਲ ਕਰੀ ਜਾ ਰਹੇ ਨੇ ਪੱਤਰ ਆਪਣੇ ਅਖਬਾਰਾਂ ਵਾਲੇ ਜਾਂ ਜਿਹੜੀਆਂ ਸਾਡੇ ਚੈਨਲ ਨੇ, ਪਰ ਕਿਤੇ ਤੁਹਾਨੂੰ ਗਹਿਮਾ ਗਹਿਮੀ ਨਹੀਂ ਇਲੈਕਸ਼ਨ ਦੀ ਦੇਖਦੀ? ਗਹਿਮਾ ਗਹਿਮੀ ਦਾ ਕਾਰਨ ਇਹ ਹੈ ਜੀ ਕਿ ਇੱਕ ਤਾਂ ਅਜੇ ਕੋਵਿਡ ਦਾ ਅਸਰ ਵੀ ਹੈਗਾ, ਤੇ ਦੂਜੀ ਗੱਲ ਇਹ ਹੈਗੀ ਆ ਕਿ ਬਹੁਤੇ ਲੋਕ ਜਿਹੜੇ ਆ ਉਹ ਇਸ ਗੱਲੋਂ ਨਿਰਾਸ਼ ਨੇ। ਮੈਜੋਰਟੀ ਆਫ ਦਾ ਪੀਪਲ ਜਿਹੜੇ ਆ ਉਹ ਇਹ ਮਹਿਸੂਸ ਕਰਦੇ ਆ ਕਿ ਇਸ ਇਲੈਕਸ਼ਨ ਦੀ ਅਜੇ ਕੋਈ ਲੋੜ ਨਹੀਂ ਸੀ, ਇਹ ਸਾਡੇ ਉੱਤੇ ਥੋਪੀ ਗਈ ਆ, ਕਿਉਂਕਿ ਜਿਹੜੀ ਰਾਜ ਕਰਦੀ ਪਾਰਟੀ ਲਿਬਰਲ ਪਾਰਟੀ ਆ, ਇਹਨਾਂ ਦੇ ਕੰਮਕਾਰ ਦੇ ਵਿੱਚ ਕਿਸੇ ਵੀ ਪਾਰਟੀ ਨੇ, ਖਾਸ ਕਰਕੇ ਜਿਹੜੀ ਪਾਰਟੀ ਇਹਨਾਂ ਨੂੰ ਸਪੋਰਟ ਕਰਦੀ ਸੀਗੀ NDP, ਉਹਨਾਂ ਨੇ ਕਿਤੇ ਵੀ ਕੋਈ ਰੁਕਾਵਟ ਨਹੀਂ ਪਾਈ। ਤੇ ਇਸ ਕਰਕੇ ਇਹ ਮਹਿਸੂਸ ਕਰਦੇ ਆ ਲੋਕ ਕਿ ਬਈ ਇਹ ਸਾਡੇ ਤੇ ਬਿਨਾਂ ਵਜ੍ਹਾ ਹੀ ਇਲੈਕਸ਼ਨ ਜਿਹੜੀ ਆ ਉਹ ਥੋਪੀ ਗਈ ਆ। ਸੋ ਇਸ ਕਰਕੇ ਬਹੁਤੇ ਲੋਕ ਜਿਹੜੇ ਆ ਉਹ ਉਨੀ ਦਿਲਚਸਪੀ ਨਹੀਂ ਲੈ ਰਹੇ ਜਿੰਨੀ ਕਿ ਆਮ ਤੌਰ ਤੇ ਇਲੈਕਸ਼ਨਾਂ ਦੇ ਵਿੱਚ ਲੈਂਦੇ ਹੁੰਦੇ ਆ। ਤੇ ਮੈਂ ਉਹਦਾ ਵੱਡਾ ਕਾਰਨ ਜਿਹੜਾ ਉਹ ਕੋਵਿਡ ਵੀ ਹੈਗਾ, ਪਰ ਇਸ ਤੋਂ ਵੀ ਵੱਡਾ ਕਾਰਨ ਮੈਂ ਇਹ ਸਮਝਦਾ ਵੀ ਇਹ ਜਿਹੜੀ ਬਿਨਾਂ ਵਜ੍ਹਾ ਠੋਸੀ ਗਈ ਮਹਿਸੂਸ ਕੀਤੀ ਜਾਂਦੀ ਆ, ਇਹ ਜ਼ਿਆਦਾ ਵੱਡਾ ਕਾਰਨ ਆ। ਇਹ ਕੋਵਿਡ ਦੇ ਵਿੱਚ ਜੇ ਸਹੂਲਤਾਂ ਦਿੱਤੀਆਂ ਤਾਂ ਇਦਾਂ ਉਹ ਮਹਿਸੂਸ ਕਰਦੇ ਆ ਵੀ ਜਿਵੇਂ ਲਿਬਰਲ ਪਾਰਟੀ ਸਾਡੇ ਕੋਲੋਂ ਉਹਦਾ ਰੋਜ਼ਾਨਾ ਮੰਗ ਰਹੀ ਹੋਵੇ। ਸੋ ਇਸ ਕਰਕੇ ਕੋਈ ਗਹਿਮਾ ਗਹਿਮੀ ਨਹੀਂ ਹੈ। ਤੁਹਾਨੂੰ ਪਤਾ ਹੀ ਆ ਕਿ ਪਿਛਲੀਆਂ ਜਿਹੜੀਆਂ ਅਜੇ 2 ਸਾਲ ਪਹਿਲਾਂ ਚੋਣਾਂ ਹੋ ਕੇ ਹਟੀਆਂ ਆ, ਉਹਨਾਂ ਦੇ ਵਿੱਚ ਕਿੰਨੇ ਜਿਹੜੇ ਆ ਸਾਈਨ ਲੱਗਦੇ ਸੀਗੇ, ਕਿੰਨੇ ਲੋਕ ਜਿਹੜੇ ਆ ਉਹ ਤੁਹਾਨੂੰ ਉਹਨਾਂ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਬੜੀ ਧੂਮ-ਧਾਮ ਦਿਖਾਈ ਦਿੰਦੀ ਸੀਗੀ। ਉਹ ਐਤਕਾਂ ਹੈ ਨਹੀਂ। ਸਿਰਫ ਅਤੇ ਸਿਰਫ ਜਿਹੜੀਆਂ ਤਿੰਨੇ ਪਾਰਟੀਆਂ ਆ, ਲਿਬਰਲ, ਕੰਸਰਵੇਟਿਵ ਤੇ NDP, ਇਹ ਛੋਟੇ ਬੱਚੇ ਜਿਹੜੇ ਆ ਉਹ ਮੇਰਾ ਖਿਆਲ ਸਕੂਲ ਪੱਧਰ ਦੇ ਬੱਚੇ ਆ, ਉਹਨਾਂ ਨੂੰ ਕੋਈ ਵਲੰਟੀਅਰ ਕਰਨ ਦਾ ਕ੍ਰੈਡਿਟ ਮਿਲਦਾ ਹੈਗਾ। ਉਹ ਸਿਰਫ ਘਰਾਂ 'ਚ ਜਾ ਕੇ ਡੋਰ ਨੌਕਿੰਗ ਕਰ ਰਹੇ ਆ, ਤੇ ਉਹਦਾ ਕੋਈ ਸਰਗਰਮੀ ਜਿਹੜੀ ਆ ਉਹ ਨਹੀਂ ਹੈਗੀ। ਔਰ ਇਹਦਾ ਕਾਰਨ ਇਹ ਆ ਕਿ ਲੋਕ ਹਤਾਸ਼ ਹੋਏ ਆ ਕਿ ਇਹ ਬਿਨਾਂ ਵਜ੍ਹਾ ਹੀ ਸਾਡੇ ਉੱਤੇ ਠੋਸ ਦਿੱਤੀ ਗਈ ਆ, ਔਰ ਟੈਕਸ ਪੇਅਰ ਦਾ ਜਿਹੜਾ ਪੈਸਾ ਹੈਗਾ ਉਹਨੂੰ ਇਹ ਬਰਬਾਦ ਕਰਨ ਵਾਲਾ ਇੱਕ ਜਿਹੜਾ ਸਾਧਨ ਬਣਿਆ ਹੈਗਾ। ਸੋ ਇਸ ਕਰਕੇ ਲੋਕਾਂ ਦੇ ਵਿੱਚ ਕੋਈ ਦਿਲਚਸਪੀ ਨਹੀਂ। ਨਾਲੇ ਹੁਣੇ ਆਪਾਂ ਗੱਲ ਕਰ ਰਹੇ ਸੀਗੇ ਆਫ ਦੀ ਏਅਰ ਕਿ ਬਈ ਹਰ 8ਵਾਂ ਕੈਨੇਡੀਅਨ ਜਿਹੜਾ ਆ ਉਹਨੇ ਅਜੇ ਕੋਈ ਫੈਸਲਾ ਨਹੀਂ ਕੀਤਾ ਵੀ ਉਹ ਕਿੱਧਰ ਜਾਊਗਾ। ਮਤਲਬ ਤੁਸੀਂ ਦੇਖ ਲਓ ਵੀ 8ਵਾਂ ਹਿੱਸਾ ਪਾਪੂਲੇਸ਼ਨ ਦਾ, ਵੋਟਰਾਂ ਦਾ 8ਵਾਂ ਹਿੱਸਾ ਜਿਹੜਾ ਹੈਗਾ ਉਹ ਅਜੇ ਇਸ ਤਰ੍ਹਾਂ ਹੀ ਉਹ ਨਿਰਾਸ਼ ਹੀ ਹੋਣੇ ਆ ਜਿਨ੍ਹਾਂ ਨੇ ਕੋਈ ਫੈਸਲਾ ਨਹੀਂ ਕੀਤਾ ਅਜੇ। ਨਹੀਂ ਤਾਂ ਜੇ ਉਤਸ਼ਾਹ ਹੋਵੇ ਤਾਂ ਉਹ ਆਪਣੇ ਕੈਂਡੀਡੇਟਾਂ ਦੇ ਮਗਰ, ਆਪਣੀ ਪਾਰਟੀ ਦੇ ਮਗਰ ਜਾਂ ਪਾਰਟੀ ਦੇ ਤੇ ਕੈਂਡੀਡੇਟ ਦੇ ਪ੍ਰਚਾਰ ਲਈ ਭੱਜੇ ਫਿਰਦੇ ਹੁੰਦੇ ਆ। ਸੋ ਇਹ ਜਿਹੜੀ ਹਤਾਸ਼ ਹੋਣ ਦੀ, ਜਿਹੜੀ ਨਿਰਾਸ਼ਾ ਹੋਣ ਦੀ ਜਿਹੜੀ ਸਥਿਤੀ ਆ, ਇਹਦੇ ਕਰਕੇ ਇਲੈਕਸ਼ਨਾਂ ਦੇ ਵਿੱਚ ਕੋਈ ਗਹਿਮਾ ਗਹਿਮੀ, ਕੋਈ ਜ਼ਿਆਦਾ ਦਿਲਚਸਪੀ ਨਹੀਂ ਹੈ। ਔਰ ਇਹ ਕੁਦਰਤੀ ਵੀ ਮੈਨੂੰ ਲੱਗਦੀ ਹੈਗੀ ਆ ਵੀ ਜਦੋਂ ਇਹਦੀ ਜ਼ਰੂਰਤ ਨਹੀਂ ਸੀ ਤਾਂ ਇਹ ਕਿਉਂ ਇਸ ਤਰ੍ਹਾਂ ਕੀਤਾ ਗਿਆ। ਸੋ ਇਹ ਸਥਿਤੀ ਜਿਹੜੀ ਆ ਜੀ। ਤੇ ਅੱਜ ਜਿਵੇਂ ਤੁਸੀਂ ਗੱਲ ਕੀਤੀ ਆ 9 ਵਜੇ ਜਿਹੜੀ ਇੰਗਲਿਸ਼ ਦੇ ਵਿੱਚ ਇੱਕੋ ਇੱਕ, ਇਹ ਪਹਿਲੀ ਤੇ ਆਖਰੀ ਨਹੀਂ ਗੀ, ਇਹ ਇੱਕੋ ਇੱਕ ਹੀ ਆ, ਹੋਣੀ ਇੱਕ ਆ ਅੰਗਰੇਜ਼ੀ ਦੇ ਵਿੱਚ, ਅੰਗਰੇਜ਼ੀ 'ਚ ਇੱਕੋ ਹੀ ਡਿਬੇਟ ਹੋਣੀ ਆ। ਤੇ ਇਹਦੇ ਤੋਂ ਕਿਆਫੇ ਜਿਹੜੇ ਆ, ਤੁਹਾਨੂੰ ਪਤਾ ਆਮ ਜਦੋਂ ਚੋਣਾਂ ਹੁੰਦੀਆਂ ਉਹਨਾਂ ਦੇ ਵਿੱਚ ਡਿਬੇਟ ਜਿਹੜੀ ਆਖਰੀ ਡਿਬੇਟ ਹੁੰਦੀ ਆ ਉਹਦੇ ਵਿੱਚੋਂ ਜਿਹੜੇ ਉਹਨੂੰ ਦੇਖ ਕੇ ਇਹ ਫੈਸਲਾ ਹੁੰਦਾ ਕਿ ਉਹ ਕਿਹੜੇ ਮੁੱਦੇ ਲਿਆਉਂਦੇ ਆ, ਪਲੱਸ ਜਿਹੜਾ ਲੀਡਰ ਹੈਗਾ ਪਾਰਟੀ ਦਾ ਉਹ ਕਿਸ ਤਰੀਕੇ ਨਾਲ ਉਹਨਾਂ ਨੂੰ ਪੁੱਟ ਕਰਦਾ, ਔਰ ਕੀ ਉਹ ਜਿਹੜੇ ਭਵਿੱਖ ਦੇ ਸੁਪਨੇ ਲੋਕਾਂ ਦੇ ਜਿਹੜੇ ਆ ਉਹਨਾਂ ਨੂੰ ਕਿੱਦਾਂ ਦੇ ਸੁਪਨੇ ਦਿੰਦਾ ਤੇ ਸਾਕਾਰ ਕਰਨ ਦੀ ਗੱਲ ਕਿਵੇਂ ਕਰਦਾ। ਅੱਛਾ ਪ੍ਰੋਫੈਸਰ ਸਾਹਿਬ, ਜੇ ਤੁਹਾਡੇ ਕੋਲ ਜਾਣਕਾਰੀ ਹੋਵੇ, ਅੱਗੇ ਆਪਾਂ ਦੇਖਦੇ ਰਹੇ ਹਾਂ ਜਦੋਂ ਇਲੈਕਸ਼ਨਸ ਹੁੰਦੀਆਂ ਨੇ ਤੇ ਪਹਿਲਾਂ ਪ੍ਰੋਗਰਾਮ ਆਉਂਦੇ ਆ ਕਿ ਵੀਕਐਂਡ ਤੇ ਫਲਾਣੀ ਜਗ੍ਹਾ ਪੋਲ ਹੋਣੀ ਆ, ਤੁਸੀਂ ਜਾ ਕੇ ਪੋਲ ਕਰ ਸਕਦੇ ਹੋ, ਪਹਿਲਾਂ ਵੋਟ ਪਾ ਲੈਂਦੇ ਹੁੰਦੇ ਆ। ਔਰ ਇਸ ਵਾਰ ਕਿਹਾ ਜਾਂਦਾ ਸੀ ਕਿ ਜ਼ਿਆਦਾਤਰ ਲੋਕ ਇੰਟਰਸਟਡ ਨੇ ਆਨਲਾਈਨ VOTING 'ਚ। ਇਹਦੇ ਬਾਰੇ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਹੋਵੇ ਕਿ ਕਿੱਦਾਂ ਦਾ ਕੋਈ ਸਕੈਜੂਲ ਆਇਆ ਜਾਂ ਆਉਣ ਵਾਲਾ ਆ, ਜਾਂ ਆਨਲਾਈਨ VOTING ਕਰਨ ਦੇ ਕੀ ਪ੍ਰੋਸੀਜਰ ਹੋਣਗੇ,
ਜਾਂ ਫਿਰ ਆਪਾਂ ਵੀਕਐਂਡ ਤੇ ਦੀਆਂ ਪਹਿਲੇ ਜਿਹੜਾ ਹਫਤਾ ਉਹ ਵੋਟਾਂ ਪਾ ਦਿੰਦੇ ਹੁੰਦੇ ਆ, ਉਹਦੇ ਲਈ ਕੋਈ ਕਾਰਵਾਈ, ਕੋਈ ਪਲੇਟਫਾਰਮ ਕੋਈ ਸਾਹਮਣੇ ਆਇਆ ਹੋਵੇ, ਕੋਈ ਡਿਟੇਲਸ ਆਈਆਂ ਹੋਣ? ਉਹਦੇ ਲਈ ਮੇਰੇ ਕੋਲ ਕੋਈ ਇਸ ਕਿਸਮ ਦੀ ਜਾਣਕਾਰੀ ਹੈ ਨਹੀਂ ਗੀ, ਪਰ ਮੈਨੂੰ ਲੱਗਦਾ ਇਹ ਆ ਵੀ ਕੋਈ ਸ਼ਾਇਦ ਇਸ ਕਿਸਮ ਦੀ ਜਾਣਕਾਰੀ ਨਹੀਂ ਮੁਹੱਈਆ ਕੀਤੀ ਗਈ, ਕਿਉਂਕਿ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਸੀਗੀਆਂ ਉਹਨਾਂ ਦੇ ਵਿੱਚ ਪੋਲਿੰਗ ਸਟੇਸ਼ਨ ਵੀ ਦੱਸੇ ਜਾਂਦੇ ਸੀਗੇ ਕਿ ਤੁਸੀਂ ਫਲਾਣੇ ਥਾਂ ਜਾ ਕੇ ਆਪਣੀ ਜਿਹੜੀ ਐਡਵਾਂਸ ਵੋਟ ਹੈ ਉਹ ਪਾ ਸਕਦੇ ਆ। ਸੋ ਮੇਰੇ ਧਿਆਨ ਦੇ ਵਿੱਚ ਅਜੇ ਇਸ ਕਿਸਮ ਦੀ ਕੋਈ ਗੱਲ ਨਹੀਂ। ਚਲੋ ਆਪਾਂ ਕੱਲ ਦੇ ਪ੍ਰੋਗਰਾਮ 'ਚ ਇਹਦੀ ਜਾਣਕਾਰੀ ਪ੍ਰੋਪਰ ਲੈ ਕੇ ਆਪਣੇ ਦਰਸ਼ਕਾਂ ਤੱਕ ਜਿਹੜੀ ਹੈ ਗੱਲ ਆਪਾਂ ਪਹੁੰਚਾਵਾਂਗੇ। ਅੱਛਾ ਪ੍ਰੋਫੈਸਰ ਸਾਹਿਬ, ਇੱਕ ਗੱਲ ਤੁਹਾਡੀ ਗੱਲ 'ਚੋਂ ਮੇਰੇ ਦਿਮਾਗ 'ਚ ਆ ਰਹੀ ਆ ਕਿ ਐਰਕੀ ਕੈਂਡੀਡੇਟ ਖੁਦ ਜਾਂ ਉਹਨਾਂ ਦੇ ਨਾਲ ਜਿਹੜੇ ਉਹਦੇ ਸਪੋਰਟਰ ਨੇ ਸਿਆਣੇ ਲੋਕ, ਉਹ ਅਜੇ ਤੱਕ ਨਹੀਂ ਨਿਕਲੇ ਡੋਰ ਨੌਕਿੰਗ ਵਾਸਤੇ। ਛੋਟੇ ਛੋਟੇ ਬੱਚਿਆਂ ਨੂੰ ਭੇਜ ਕੇ ਸਰਵੇ ਟਾਈਪ ਗੱਲ ਕੀਤੀ ਜਾ ਰਹੀ ਆ ਕਿ ਤੁਹਾਡੇ ਘਰ ਦੇ ਅੱਗੇ ਅਸੀਂ ਆਪਣਾ ਬੈਨਰ ਲਾ ਦਈਏ ਜਾਂ ਨਾ, ਤੁਸੀਂ ਵੋਟ ਪਾਓਗੇ ਕਿ ਨਾ। ਇਹ ਮੈਂ ਦੇਖ ਰਿਹਾ ਵਾਂ ਕਿ ਮੇਰੇ ਕੋਈ ਨੌਨ ਬੰਦਿਆਂ ਨੇ ਮੈਨੂੰ ਜਾਣਕਾਰੀ ਦਿੱਤੀ ਕਿ ਜਿਹੜੇ ਬੰਦਿਆਂ ਨੇ ਕਿਹਾ ਨਹੀਂ ਜੀ ਅਸੀਂ ਅਜੇ ਡਿਸਾਈਡ ਨਹੀਂ ਕੀਤਾ ਜਾਂ ਅਸੀਂ ਨਾਰਾਜ਼ ਆ ਆਪਣੇ ਐਮਪੀ ਨਾਲ ਜਾਂ ਅਸੀਂ ਵੋਟ ਨਹੀਂ ਪਾਉਣੀ, ਉਹਨਾਂ ਦੇ ਘਰ ਅੱਗੇ ਉਹ ਕੋਈ ਲਿਸਟ ਬਣਾ ਕੇ ਲੈ ਜਾਂਦੇ ਆ ਬੱਚੇ, ਉੱਥੇ ਉਹਨਾਂ ਨੇ ਉਹ ਨਹੀਂ ਲਾਏ ਤੇ ਜਿਹੜੇ ਹੰਗਾਰਾ ਭਰਦੇ ਉਹਨਾਂ ਦੇ ਘਰਾਂ ਅੱਗੇ ਉਹ ਲਾ ਕੇ ਗਏ ਨੇ। ਮੇਰੇ ਆਲੇ ਦੁਆਲੇ ਵੀ ਇਦਾਂ ਨਜ਼ਰ ਆ ਰਿਹਾ। ਅੱਛਾ, ਦੂਜੀ ਗੱਲ ਇਹ ਆ, ਮੈਨੂੰ ਲੱਗਦਾ ਵੀ ਇੱਕ ਪਾਸੇ ਆਪਾਂ ਕਹਿੰਦੇ ਹਾਂ ਕਿ ਚਾਈਲਡ ਲੇਬਰ, ਬੱਚਿਆਂ ਕੋਲੋਂ ਕੰਮ ਲੈਣਾ ਬਹੁਤ ਬੁਰਾ, ਚਾਹੇ ਉਹਨਾਂ ਨੂੰ ਵਲੰਟਰੀ ਮਿਲਦਾ, ਚਾਹੇ ਉਹਨਾਂ ਨੂੰ ਉਹਦੇ ਕ੍ਰੈਡਿਟ ਹੀ ਮਿਲਦੇ ਆ, ਕਿ ਇਹ ਯੋਗ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਆਪਾਂ ਸਿਆਸੀ ਉਲਝਣਾਂ ਵਾਲੇ ਸਵਾਲਾਂ 'ਚ ਫਸਾਈਏ? ਉਹ ਜਾਂਦੇ ਆ ਅੱਗੋਂ ਘਰ ਵਾਲਾ ਕਿਹੜੇ ਮੂਡ 'ਚ ਆ, ਉਹ ਕਿੰਨਾ ਕੁ ਸਿਆਣਾ ਆ, ਬੱਚਿਆਂ ਨੂੰ ਕਿਸ ਢੰਗ ਨਾਲ ਟੈਕਲ ਕਰਦਾ ਆ, ਉਹਨਾਂ ਕੋਮਲ ਮਨਾਂ ਤੇ ਵੀ ਭੈੜਾ ਪ੍ਰਭਾਵ ਪੈ ਸਕਦਾ। ਮੈਨੂੰ ਲੱਗਦਾ ਕਿ ਇਹ ਜਿਹੜੀ ਇਹਨਾਂ ਮੁਲਕਾਂ 'ਚ ਟੈਕਨੀਕ ਆ ਉਹ ਜ਼ਿਆਦਾ ਵਧੀਆ ਨਹੀਂ ਲੱਗ ਰਹੀ ਕਿਤੇ, ਕਿ ਘੱਟੋ ਘੱਟ ਜਾਂ ਫਿਰ ਕੋਈ ਲਿਮਿਟ ਹੋਵੇ ਵੀ ਕਾਲਜ ਲੈਵਲ ਦੇ ਬੱਚੇ ਜਿਹੜੇ ਅਗਲੇ ਸਾਲ ਵੋਟਾਂ 'ਚ ਆਪ ਵੋਟਰ ਬਣਨ ਵਾਲੇ ਆ, ਉੱਥੋਂ ਤੱਕ ਸੀਮਿਤ ਰੱਖਿਆ ਜਾਵੇ। ਬਿਲਕੁਲ ਛੋਟੇ ਬੱਚਿਆਂ ਨੂੰ ਭੇਜਣਾ ਤੇ ਉਹਨਾਂ ਨੂੰ ਸਿਰਫ ਇਹ ਲਾਲਚ ਕਿ ਉਹਨਾਂ ਨੂੰ ਵਲੰਟਰੀ ਟਾਈਮ ਮਿਲੂਗਾ ਸੇਵਾ ਦਾ, ਉਹ ਕੋਈ ਬਹੁਤਾ ਲਾਹੇਵੰਦ ਨਹੀਂ ਲੱਗਦਾ। ਬੱਚਿਆਂ ਦੇ ਕੋਲ ਜਿਹੜਾ ਹੈਗਾ ਵਾ ਮਨ, ਉਹਨਾਂ ਤੇ ਕਈ ਤਰ੍ਹਾਂ ਦੇ ਰੁੱਖੇ ਸਵਾਲਾਂ ਜਵਾਬਾਂ ਦਾ ਅਸਰ ਹੋ ਸਕਦਾ। ਦੇਖੋ, ਇਹਦੇ 'ਚ ਮੈਂ ਮਹਿਸੂਸ ਕਰਦਾ, ਤੁਹਾਡੇ ਨਾਲ ਮੈਂ ਸਹਿਮਤ ਹਾਂ ਬਿਲਕੁਲ। ਮੈਂ ਜਦੋਂ ਪਹਿਲੀ ਵਾਰੀ ਦੇਖਿਆ ਸੀਗਾ 2011 ਦੇ ਵਿੱਚ, ਤੇ ਉਦੋਂ ਮੈਨੂੰ ਵੀ ਮਹਿਸੂਸ ਹੋਇਆ ਸੀਗਾ ਬਈ ਇਹ ਛੋਟੇ ਬੱਚੇ ਆ, ਲੋਕੀ ਉਹਨਾਂ ਨੂੰ ਸਵਾਲ ਤੋਂ, ਬੱਚਿਆਂ ਨੂੰ ਤਾਂ ਕੋਈ ਪੋਲਿਟਿਕਸ ਦਾ ਪਤਾ ਨਹੀਂ, ਬਿਲਕੁਲ ਬੱਚਿਆਂ ਨੂੰ ਤਾਂ ਸਿਰਫ ਇਹ ਆ ਬਈ ਸਾਨੂੰ ਜੀ ਇਹਦਾ ਵਲੰਟੀਅਰ ਹੋਣ ਦਾ ਕ੍ਰੈਡਿਟ ਮਿਲਣਾ ਹੈਗਾ। ਔਰ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਲੋਕ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਹੀ ਨਹੀਂ ਕਰਦੇ, ਕਈ ਵਾਰੀ ਦਬਕੇ ਵੀ ਮਾਰਦੇ ਆ। ਤੇ ਇਹ ਕਈ ਵਾਰੀ ਕਈਆਂ ਨੂੰ ਇਹ ਭੁਲੇਖਾ ਲੱਗ ਜਾਂਦਾ ਵੀ ਇਹ ਕੌਣ ਆ ਗਏ ਨਿੱਕੇ ਨਿੱਕੇ ਨਿਆਣੇ। ਤੇ ਇਹ ਘੱਟੋ ਘੱਟ ਜੇ ਹੋਰ ਨਹੀਂ ਕੁਝ ਹੋ ਸਕਦਾ, ਜਿੱਦਾਂ ਤੁਸੀਂ ਕਿਹਾ ਵੀ ਕਾਲਜ ਲੈਵਲ ਵਾਲੀ ਗੱਲ ਹੋਵੇ, ਜੇ ਹੋਰ ਨਹੀਂ ਕੁਝ ਹੋ ਸਕਦਾ ਤੇ ਜਿੱਦਾਂ 16 ਸਾਲ ਤੋਂ ਘੱਟ ਡਰਾਈਵਿੰਗ ਲਾਇਸੈਂਸ ਨਹੀਂ ਮਿਲਦਾ ਹੈਗਾ, 16 ਸਾਲ ਤੋਂ ਘੱਟ ਮੇਰਾ ਖਿਆਲ ਵੀ ਕੋਈ ਕੰਮ ਵੀ ਨਹੀਂ ਕਰ ਸਕਦਾ ਬੱਚਾ, ਤੇ ਇਹ ਨਿਯਮ ਜਿਹੜਾ ਘੱਟੋ ਘੱਟ ਇਹੀ ਲਾਗੂ ਹੋ ਜਾਵੇ ਕਿ ਜਿਹੜੇ ਵਲੰਟੀਅਰ ਉਹਨਾਂ ਨੇ ਭਰਤੀ ਕਰਨੇ ਆ ਪੋਲੀਟੀਕਲ ਪਾਰਟੀਆਂ ਨੇ, ਉਹ ਘੱਟੋ ਘੱਟ ਉਹਨਾਂ ਦੀ ਉਮਰ ਜਿਹੜੀ ਆ ਉਹ 16 ਸਾਲ ਹੋਣੀ ਚਾਹੀਦੀ ਆ। ਤੇ ਨਾਲ ਦੀ ਨਾਲ ਦੇਖੋ, ਇਹ ਵੀ ਕੋਈ ਇੱਕ ਨੈਗੇਟਿਵ ਗੱਲ ਹੈਗੀ ਆ ਵੀ ਤੁਸੀਂ ਭਾਵੇਂ ਦੇਖੋ ਉਹ ਪੋਲੀਟੀਕਲ ਹੋਣ ਜਾਂ ਗੈਰ ਪੋਲੀਟੀਕਲ ਹੋਣ, ਬੱਚੇ ਜਿਹੜੇ ਆ ਉਹ ਜਦੋਂ ਇੱਕ ਸਿੰਬਲ ਲੈ ਕੇ ਜਾਂਦੇ ਆ ਤੇ ਉਹਨਾਂ ਨੇ ਕੁਦਰਤੀ ਤੌਰ ਤੇ ਉਸ ਪਾਰਟੀ ਦੇ ਹੱਕ 'ਚ ਪ੍ਰਚਾਰ ਕਰਨਾ ਹੁੰਦਾ ਹੈ। ਤੇ ਇਸ ਕਰਕੇ ਜਿਹੜੀ ਦੂਜੀ ਤੁਸੀਂ ਗੱਲ ਕੀਤੀ ਆ ਨਿਸ਼ਾਨ ਲਾਉਣ ਵਾਲੀ, ਉਹ ਸਰਵੇ ਠੀਕ ਨਹੀਂ ਹੋ ਸਕਦਾ। ਉਹਦਾ ਕਾਰਨ ਇਹ ਆ, ਮੇਰੇ ਇੱਕ ਗੁਆਂਢੀ ਨੇ ਇੱਕ ਪਾਰਟੀ ਦਾ ਸਾਈਨ ਲਾਇਆ ਸੀਗਾ। ਮੈਂ ਕਿਹਾ ਵੀ ਕਿੱਦਾਂ ਦੋਸਤ, ਇਸ ਪਾਰਟੀ ਨੂੰ ਵੋਟ ਪਾ ਰਹੇ ਆ? ਕਹਿੰਦਾ ਵੋਟ ਤਾਂ ਅਸੀਂ ਪਾਉਣੀ ਆ ਆਪਣੀ ਮਰਜ਼ੀ ਨਾਲ, ਪਰ ਇਹ ਹੁਣ ਆਏ ਸੀਗੇ ਤੇ ਰਿਕੁਐਸਟ ਕਰਦੇ ਸੀ ਵੀ ਸਾਈਨ ਲਾ ਦਈਏ, ਤੇ ਮੈਂ ਕਿਹਾ ਵੀ ਸਾਈਨ ਲਾ ਲਓ। ਤੇ ਕਈ ਵਾਰੀ ਇਦਾਂ ਵੀ ਹੁੰਦਾ ਵੀ ਲੋਕੀ ਦੋ ਪਾਰਟੀਆਂ ਨੂੰ ਹੀ ਹਾਂ ਕਰ ਦਿੰਦੇ ਆ ਸਾਈਨ ਲਾਉਣ ਦੀ, ਤੇ ਇਸ ਤਰੀਕੇ ਨਾਲ ਉਹਨਾਂ ਦਾ ਸਰਵੇ ਦਾ ਕੀ ਪਤਾ ਲੱਗੇਗਾ? ਜਿੱਦਾਂ ਹੁਣ ਮੈਂ ਜਿਹੜੇ ਸੱਜਣ ਨਾਲ ਗੱਲ ਕੀਤੀ ਆ, ਕਹਿੰਦਾ ਜੀ ਵੋਟ ਤਾਂ ਮੈਂ ਆਪਣੀ ਮਰਜ਼ੀ ਨਾਲ ਪਾਉਣੀ ਆ, ਪਰ ਸਾਈਨ ਲੱਗਾ ਵੇਖ ਕੇ ਇਹ ਕੋਈ ਲਿਖ ਲਵੇ ਵੀ ਇਹ ਫਲਾਣੀ ਪਾਰਟੀ ਦਾ, ਇਹ ਠੀਕ ਨਹੀਂ ਹੈ। ਦੂਜੀ ਗੱਲ, ਇੱਕ ਮੇਰੇ ਡੋਰ ਤੇ ਆਇਆ ਇੱਕ ਪਾਰਟੀ ਦਾ, ਮਤਲਬ ਬੱਚਾ ਹੀ ਕਹਿ ਲਓ, ਮਤਲਬ ਉਹਨੂੰ ਤੁਸੀਂ ਵਲੰਟੀਅਰ ਵੀ ਮੈਂ ਨਹੀਂ ਕਹਿਣਾ ਚਾਹੁੰਦਾ, ਤੇ ਉਹ ਮੈਨੂੰ ਕਹਿੰਦਾ ਜੀ ਸਾਈਨ ਲਾ ਦਈਏ। ਮੈਂ ਕਿਹਾ ਵੀ ਸਾਈਨ ਲਾਉਣ ਦੀ ਤਾਂ ਕੋਈ ਕਹਿਣਾ ਨਹੀਂ ਹੈਗਾ ਵੀ ਮੈਂ ਇੱਥੇ ਝੰਡਾ ਲਾਵਾਂ ਵੀ ਮੈਂ ਫਲਾਣੀ ਪਾਰਟੀ ਨੂੰ ਵੋਟ ਪਾਉਣੀ ਆ। ਤੇ
ਕਹਿੰਦਾ ਜੀ ਇਹ ਫਿਰ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਓਗੇ। ਮੈਂ ਕਿਹਾ ਵੀ ਇਹ ਮੇਰਾ ਪ੍ਰੈਰੋਗੇਟਿਵ ਆ, ਇਹ ਤੇਰਾ ਪ੍ਰੈਰੋਗੇਟਿਵ ਪੁੱਛਣ ਦਾ ਨਹੀਂ ਹੈਗਾ। ਇਹ ਡੈਮੋਕ੍ਰੇਸੀ ਦੀ ਡਿਮਾਂਡ ਆ ਕਿ ਇਹ ਸੀਕ੍ਰੇਟ ਵੋਟਿੰਗ ਹੋਣੀ ਹੈਗੀ ਆ। ਮੇਰਾ ਮਤਲਬ ਕਹਿਣ ਦਾ ਕਿ ਤੁਹਾਡੀ ਗੱਲ ਦੀ ਮੈਂ ਤਾਇਦ ਕਰਦਾ ਇਸ ਗੱਲੋਂ ਕਿ ਸ਼ਾਇਦ ਜਿਹੜੇ ਪਾਰਟੀਆਂ ਵਾਲੇ ਆ ਜਾਂ ਕੈਂਡੀਡੇਟ ਆ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਆ, ਡਰਦੇ ਆ, ਤੇ ਇਹ ਤਰੀਕਾ ਉਹਨਾਂ ਨੇ ਕੱਢਿਆ ਵੀ ਤੁਸੀਂ ਦੋ ਗੱਲਾਂ ਜਿਹੜੀਆਂ ਉਹ ਕਰਕੇ ਆਓ ਡੋਰ ਨੌਕਿੰਗ ਵੇਲੇ। ਇੱਕ ਤਾਂ ਸਾਈਨ ਦੀ ਤੇ ਦੂਜੀ ਉਹਨਾਂ ਨੂੰ ਪੁੱਛ ਹੀ ਲਓ ਵੀ ਤੁਸੀਂ ਸਾਨੂੰ ਵੋਟ ਪਾਓਗੇ। ਸੋ ਇਹ ਮੈਂ ਕਹਿੰਦਾ ਵੀ ਐਂਟੀ ਡੈਮੋਕ੍ਰੈਟਿਕ ਪ੍ਰੋਸੈਸ ਹੈਗਾ। ਬਿਲਕੁਲ ਬਿਲਕੁਲ ਭਾਈ ਸਾਹਿਬ, ਜਿੱਦਾਂ ਤੁਸੀਂ ਕਿਹਾ ਨਾ ਕਿ ਇਹ ਕੁਐਸਚਨ ਬੱਚੇ ਪੁੱਛਦੇ ਆ ਤੇ ਉਹ ਆਪਣੀ ਡਾਇਰੀ ਤੇ ਨੋਟ ਕਰ ਲੈਂਦੇ ਆ ਕਿ ਇਸ ਨੰਬਰ ਘਰ ਵਾਲੇ ਨੇ ਸਾਨੂੰ ਇਹ ਕਿਹਾ ਆ, ਅੱਗੋਂ ਇਹ ਜਵਾਬ ਦਿੱਤਾ, ਮਤਲਬ ਉਹਦਾ ਨੋਟ ਬੜਾ ਜਿਹਾ ਬਣਾ ਲੈਂਦੇ ਆ ਤੇ ਉਹ ਜਾ ਕੇ ਪਾਰਟੀ ਆਫਿਸ ਨੂੰ ਜੋ ਦੱਸਦੇ ਉਹਨੂੰ ਸਰਵੇ ਦੇ ਤੌਰ ਤੇ ਵਰਤਦੇ ਆ, ਮੈਨੂੰ ਲੱਗਦਾ ਹੈ, ਜਿਹੜਾ ਕਿ ਬਿਲਕੁਲ ਹਕੀਕਤ ਨਾਲ ਮੇਲ ਨਹੀਂ ਖਾਂਦਾ ਹੈਗਾ। ਇਹ ਸਰਵੇ ਗਿਲ ਸਾਹਿਬ ਕਾਰਗਰ ਨਹੀਂ ਹੋ ਸਕਦਾ ਇਸ ਤਰੀਕੇ। ਹਾਂਜੀ, ਅੱਛਾ ਪ੍ਰੋਫੈਸਰ ਸਾਹਿਬ, ਤਰੀਕਾ ਨਹੀਂ। ਅੱਛਾ ਦੂਜੀ ਗੱਲ ਇਹ ਹੈ ਜਿਹੜੇ ਕੈਂਡੀਡੇਟਸ ਨੇ ਆਪਣੇ ਫੈਡਰਲ ਦੇ ਉਹ ਹੁਣ ਟੀਵੀ ਤੇ ਰੇਡੀਓ ਤੇ ਤਾਂ ਨਜ਼ਰ ਆਉਣ ਲੱਗ ਗਿਆ। ਇੱਕ ਚੀਜ਼ ਮੈਂ ਹੋਰ ਨੋਟ ਕੀਤੀ, ਆਪ ਤੋਂ ਨਿਕਲੇ ਨਹੀਂ, ਅੱਗੇ ਕਾਲ ਆਉਂਦੀਆਂ ਹੁੰਦੀਆਂ ਸੀ ਸਾਰੇ ਐਮਪੀਜ਼ ਦੀਆਂ ਤੁਹਾਡੇ ਘਰਾਂ 'ਚ, ਆਪ ਗੱਲ ਕਰਦੇ ਹੁੰਦੇ ਸੀ ਜੀ ਅਸੀਂ ਮੈਂ ਕੈਂਡੀਡੇਟ ਫਲਾਣੇ ਬੋਲ ਰਿਹਾ ਜਾਂ ਮੈਂ ਬੋਲ ਰਹੀ ਹਾਂ ਤੇ ਮੈਂ ਤੁਸੀਂ ਮੇਰੇ ਕੰਮ ਤੋਂ ਖੁਸ਼ ਹੋ, ਕਿੱਦਾਂ ਆ, ਮੈਂ ਅਗਲੀ ਇਲੈਕਸ਼ਨ 'ਚ ਫੇਰ ਖੜੀ ਆ, ਮੈਨੂੰ ਰੀਇਲੈਕਟ ਕਰੋ ਜਾਂ ਮੈਨੂੰ ਨਾ ਮਤਲਬ ਵੋਟ ਪਾਓ ਜਾਂ ਕੋਈ ਰਿਕੁਐਸਟ ਕਰ ਦਿੰਦੇ ਸੀ। ਇਦਾਂ ਦੀਆਂ ਕਾਲ ਵੀ ਮੈਨੂੰ ਨਹੀਂ ਲੱਗਦਾ ਕਿਸੇ ਦੋਸਤਾਂ ਨੇ, ਤੁਹਾਨੂੰ ਕਿਤੇ ਕੋਈ ਆਈ ਕਾਲ ਇਦਾਂ ਦੀ? ਮੈਨੂੰ ਆਈ ਆ ਜੀ ਇੱਕ ਕੈਂਡੀਡੇਟ ਦੀ। ਹਾਂਜੀ। ਉਹਨੇ ਇਸ ਤਰੀਕੇ ਨਾਲ ਜਿਵੇਂ ਤੁਸੀਂ ਕਹਿ ਰਹੇ ਹੋ ਨਾ, ਹਾਂਜੀ, ਮੈਂ ਫਲਾਣੀ ਪਾਰਟੀ ਤੋਂ ਕੈਂਡੀਡੇਟ ਆ ਤੇ ਮੈਨੂੰ ਸਪੋਰਟ ਕਰੋ, ਮੈਨੂੰ ਵੋਟ ਕਰੋ, ਲਾਈਕ ਦੈਟ। ਮਤਲਬ ਇੱਕ ਕੈਂਡੀਡੇਟ ਦੀ ਆਈ ਆ ਤੇ ਹੋਰ ਬਾਕੀ ਕਿਸੇ ਕੈਂਡੀਡੇਟ ਦੀ ਨਹੀਂ ਆਈ, ਤੇ ਨਾ ਹੀ ਮੈਨੂੰ ਹੋਰ ਕਿਸੇ ਕੋਲ ਕੋਈ ਪਤਾ ਲੱਗਾ ਵੀ ਇਸ ਕਿਸਮ ਦੀਆਂ। ਅੱਗੇ ਤਾਂ ਠੀਕ ਹੈ ਤੁਹਾਡੀ ਗੱਲ, ਉੱਥੇ ਪਾਰਟੀ ਆਫਿਸ ਦੇ ਵਿੱਚੋਂ ਜੇ ਕੈਂਡੀਡੇਟ ਆਪ ਨਹੀਂ ਤਾਂ ਉਹਦਾ ਕੋਈ ਨੁਮਾਇੰਦਾ ਜਿਹੜਾ ਆ ਉਹ ਫੋਨ ਕਰਕੇ ਵੋਟਰ ਨੂੰ ਪ੍ਰੇਰਨਾ ਦਿੰਦਾ ਸੀਗਾ ਕਿ ਤੁਸੀਂ ਸਾਡੇ ਕੈਂਡੀਡੇਟ ਨੂੰ ਵੋਟ ਪਾਓ। ਇਹ ਮੈਂ ਸਮਝਦਾ ਗਿਲ ਸਾਹਿਬ ਕਿ ਇਹਨਾਂ ਗੱਲਾਂ ਕਰਕੇ ਨਾ ਇਹ ਡਿਫਰੈਂਟ ਆ, ਔਰ ਇਹ ਵੀ ਇਸੇ ਗੱਲ ਦਾ ਮੈਨੂੰ ਲੱਗਦਾ ਇੱਕ ਨਤੀਜਾ ਆ ਕਿ ਉਹਨਾਂ ਨੂੰ ਵੀ ਇਸ ਗੱਲ ਦਾ ਸ਼ਾਇਦ ਪਤਾ ਲੱਗ ਗਿਆ ਵੀ ਲੋਕਾਂ ਦੇ ਵਿੱਚ ਉਤਸ਼ਾਹ ਹੈ ਨਹੀਂਗਾ ਤੇ ਪਤਾ ਨਹੀਂ ਅੱਗੋਂ ਲੋਕ ਕਿਵੇਂ ਬੋਲਣ। ਹੁਣ ਜਿੰਨਾ ਚਿਰ ਕੋਈ ਕਿਸੇ ਨਾਲ ਰੂਬਰੂ ਗੱਲ ਨਹੀਂ ਕਰਦਾ, ਹੁਣ ਜਿੱਦਾਂ ਉਹ ਆਪਣਾ ਕੋਈ ਲੀਫਲੈਟ ਜਿਹੜਾ ਜਾਂ ਫਲਾਇਰ ਸੁੱਟ ਜਾਂਦੇ ਆ ਤੇ ਉਹਦੇ ਤੋਂ ਤਾਂ ਕੋਈ ਪਤਾ ਨਹੀਂ ਲੱਗਦਾ ਜੇ ਕੋਈ ਕੈਂਡੀਡੇਟ ਆਵੇ ਜਾਂ ਕੈਂਡੀਡੇਟ ਦਾ ਨੁਮਾਇੰਦਾ ਆਵੇ। ਹੁਣ ਬੱਚਿਆਂ ਨੂੰ ਵੀ ਕਿਸੇ ਨੇ ਕੀ ਸਵਾਲ ਕਰਨਾ ਹੈ। ਬਿਲਕੁਲ ਅੱਛਾ ਨਹੀਂ ਲੱਗਦਾ ਪ੍ਰੋਫੈਸਰ ਸਾਹਿਬ, ਉਹ ਅੱਛਾ ਵੀ ਨਹੀਂ ਲੱਗਦਾ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਪੋਲਿਟਿਕਸ ਨਾਲ ਸੰਬੰਧਿਤ ਸਵਾਲਾਂ ਦਾ ਉਲਟਾ ਜਵਾਬ ਦਿੱਤਾ ਜਾਏ ਜਾਂ ਉਹਨਾਂ ਨੂੰ ਇਹੋ ਜਿਹਾ ਸਵਾਲ ਕੀਤਾ ਜਾਵੇ ਜਿਹੜਾ ਮੈਂ ਕਹਿ ਰਿਹਾ ਉਹਨਾਂ ਦੇ ਕੋਮਲ ਮਨਾਂ ਤੇ ਕੋਈ ਅਸਰ ਪਾਉਂਦਾ ਹੋਵੇ। ਚਲੋ ਆਪਾਂ ਅਗਲੀ ਖਬਰ ਵੱਲ ਵਧੀਏ। ਕੋਵਿਡ ਨੇ ਫਿਰ ਦਸਤਕ ਦਿੱਤੀ ਹੈ ਜੀ ਕਾਫੀ ਜਗ੍ਹਾ। ਅੱਜ ਮੈਂ ਦੇਖ ਰਿਹਾ ਅਲਬਰਟਾ ਇਕੱਲੇ ਦੇ ਵਿੱਚ 1510 ਪੇਸ਼ੈਂਟ ਆਏ ਆ, ਜਿਨ੍ਹਾਂ ਚੋਂ 700 ਪੇਸ਼ੈਂਟ ਜਿਹੜੇ ਆ ਉਹ ਹਸਪਤਾਲ ਦੇ ਵਿੱਚ ਨੇ ਤੇ ਵਧੇਰੇ ਕਰਕੇ ICU ਜਾਂ ਹਸਪੀਟਲ 'ਚ ਉਹ ਪੇਸ਼ੈਂਟ ਜਾ ਰਹੇ ਆ ਜਿਨ੍ਹਾਂ ਨੇ ਵੈਕਸੀਨੇਸ਼ਨ ਲਾਉਣ ਤੋਂ ਅਜੇ ਤੱਕ ਕਿਨਾਰਾ ਕੀਤਾ ਹੋਇਆ, ਔਰ ਬੜਾ ਵਿਰੋਧ ਵੀ ਹੋ ਰਿਹਾ, ਖਾਸ ਕਰਕੇ ਐਰਕੀ ਵੈਕਸੀਨੇਸ਼ਨ ਨਾ ਲਵਾਉਣ ਵਾਲੇ, ਮਾਸਕ ਨਾ ਪਾਉਣ ਵਾਲੀ ਜਿਹੜੀ ਟੀਮ ਹੈ ਜਾਂ ਜਿਹੜੇ ਉਹ ਵਿਚਾਰਾਂ ਦੇ ਲੋਕ ਆ ਉਹ ਜਗ੍ਹਾ ਜਗ੍ਹਾ ਵਿਰੋਧ ਕਰ ਰਹੇ ਆ, ਖਾਸ ਕਰਕੇ ਟਰੂਡੋ ਸਾਹਿਬ ਦਾ। ਇਹ ਤਾਂ ਮੈਂ ਕਹਿੰਦਾ ਗਿਲ ਸਾਹਿਬ ਬੜੀ ਯਾਨੀ ਇੱਕ ਜਹਾਲਤ ਵਾਲੀ ਗੱਲ ਮੈਂ ਇਹਨੂੰ ਸਮਝਣਾ ਆ ਕਿ ਇੱਕ ਜਿਹੜੀ ਕੋਈ ਬਿਮਾਰੀ ਆਈ ਆ ਉਹਦਾ ਇਲਾਜ ਜਿਹੜਾ ਹੈਗਾ ਉਹ ਇਹ ਆ ਵੀ ਇਹ ਤੁਸੀਂ ਵੈਕਸੀਨੇਸ਼ਨ ਲਵਾਓ। ਉਹਦੀਆਂ ਮਤਲਬ 2-3 ਕਿਸਮਾਂ ਹੈਗੀਆਂ ਤੇ ਉਹਨਾਂ ਦਾ ਪ੍ਰਚਾਰ ਵੀ ਕੀਤਾ ਗਿਆ ਬਈ ਇਹ ਜ਼ਿਆਦਾ ਇਫੈਕਟਿਵ ਆ, ਘੱਟ ਇਫੈਕਟਿਵ ਆ। ਤੁਹਾਡੇ ਕੋਲ ਚੁਆਇਸ ਆ ਕਿ ਤੁਸੀਂ ਮੋਡਰਨਾ ਲਵਾਉਣੀ ਆ ਕਿ ਤੁਸੀਂ ਦੂਸਰੀ ਲਵਾਉਣੀ ਆ। ਤੇ ਜਿਹੜਾ ਇਹ ਆ ਨਾ ਜੀ, ਮੈਂ ਤਾਂ ਮਹਿਸੂਸ ਕਰਦਾ ਵੀ ਇਹ ਜਹਾਲਤ ਦੀ ਨਿਸ਼ਾਨੀ ਆ। 21ਵੀਂ ਸਦੀ ਦੇ ਵਿੱਚ ਜਦੋਂ ਕਿ ਅਸੀਂ ਇੱਕ ਡਿਵੈਲਪਡ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਕੈਨੇਡਾ ਵਰਗਾ ਜਿਹੜਾ ਦੇਸ਼ ਆ, ਜਿਹੜਾ ਜਿੱਥੇ ਲੋਕ ਸਾਇੰਟੀਫਿਕ ਐਟੀਟਿਊਡ ਜਿਹੜੀ ਆ ਉਹ ਹਾਮੀ ਭਰਦੇ ਆ ਜਾਂ ਦਾਅਵਾ ਕਰਦੇ ਆ, ਤੇ ਇਹ ਜਿਹੜੀ ਗੱਲ ਆ ਗਿਲ ਸਾਹਿਬ ਇਹ ਤਾਂ ਕੰਡੈਮਨੇਬਲ ਆ। ਇਹ ਤਾਂ ਯਾਨੀ ਬਹੁਤ ਬਦਕਿਸਮਤੀ ਵਾਲੀ ਗੱਲ ਆ ਕਿ ਤੁਸੀਂ ਜਿਹੜੀ ਮੈਡੀਸਨ ਆ ਕਿਸੇ ਬਿਮਾਰੀ ਵਾਸਤੇ ਇਹਦੇ 'ਚ ਕਿਸੇ ਦਾ ਤਾਂ ਕੋਈ ਹੈ ਨਹੀਂ, ਤੁਹਾਡੀ ਜਾਨ ਦਾ ਆ, ਇਹ ਤੁਹਾਡੀ ਜਾਨ ਬਚਾਉਣ ਵਾਸਤੇ ਵੈਕਸੀਨ ਲਾਉਣੀ ਹੈਗੀ ਆ। ਔਰ ਜਿਹੜੇ ਲੋਕ ਜਿਹੜੀ ਪਾਰਟੀ ਇਹ ਪ੍ਰਚਾਰ ਕਰ ਰਹੀ ਆ ਕਿ ਇਹ ਵੈਕਸੀਨ ਨਹੀਂ ਲਗਾਉਣੀ ਚਾਹੀਦੀ, ਦਵਾਈ ਨਹੀਂ ਲੈਣੀ ਚਾਹੀਦੀ, ਉਹ ਮੈਂ ਸਮਝਣਾ ਵੀ ਲੋਕਾਂ
ਦੇ ਨਾਲ ਲੋਕਾਂ ਦੀ ਜਾਨ ਤੇ ਖੇਡ ਰਹੀ ਹੈਗੀ ਆ। ਇੱਕ ਕਿਸਮ ਦਾ ਉਹ ਲੋਕਾਂ ਨੂੰ ਮਤਲਬ ਇੱਕ ਕਤਲ ਕਰਨ ਵਾਲਾ ਕੰਮ ਕਰ ਰਹੀ ਹੈਗੀ ਆ, ਮਰਵਾਉਣ ਵਾਲਾ ਕੰਮ ਕਰ ਰਹੀ ਹੈਗੀ ਆ। ਜਿੱਦਾਂ ਇੰਡੀਆ ਦੇ ਵਿੱਚ ਇਰਾਦਾ ਕਤਲ ਨਹੀਂ ਹੁੰਦਾ, 307 ਜਿਹੜੀ ਧਾਰਾ ਹੈ ਉਹ ਲਾਈ ਜਾਂਦੀ ਆ। ਸੋ ਇਹ ਲੋਕ ਜਿਹੜੇ ਆ ਜੀ ਇਹ ਬਹੁਤ ਗਲਤ ਕਰ ਰਹੇ ਆ। ਪਰ ਕਿਹਾ ਜਾਂਦਾ ਨਾ ਪ੍ਰੋਫੈਸਰ ਸਾਹਿਬ, ਇੱਥੇ ਜਿਹੜਾ ਚਾਰਟਰ ਆਫ ਰਾਈਟਸ ਆ ਉਹ ਇਸ ਚੀਜ਼ ਦੀ ਉਹਨਾਂ ਨੂੰ ਇਜਾਜ਼ਤ ਦਿੰਦਾ ਆ ਕਿ ਉਹਨਾਂ ਦੀ ਮਰਜ਼ੀ ਆ, ਉਹਨਾਂ ਦੀ ਲਾਈਫ ਹੈ, ਲਾਉਣਾ ਚਾਹੁਣ ਚਾਹੇ ਨਾ। ਪਰ ਜਦੋਂ ਦੂਜਿਆਂ ਦੀ ਲਾਈਫ ਨਾਲ ਅਫੈਕਟਡ ਹੁੰਦੀ ਆ, ਆਪਾਂ ਜਿੱਦਾਂ ਗੱਲ ਕਰਦੇ ਹੁੰਦੇ ਆ ਕਿ ਆਜ਼ਾਦੀ ਹੋਣਾ ਚਾਹੀਦੀ ਹੈ ਜਿੰਨਾ ਚਿਰ ਤੁਸੀਂ ਦੂਜੇ ਦੀ ਆਜ਼ਾਦੀ 'ਚ ਖਲਲ ਨਹੀਂ ਪਾਉਂਦੇ। ਇਸੇ ਤਰ੍ਹਾਂ ਹੀ ਤੁਹਾਡੀ ਚਾਰਟਰ ਆਫ ਰਾਈਟ ਮੁਤਾਬਕ ਰਾਈਟਸ ਉਹਨਾਂ ਚਿਰ ਹੀ ਆ ਜਿੰਨਾ ਚਿਰ ਦੂਜਿਆਂ ਦੇ ਰਾਈਟਸ ਤੁਸੀਂ ਖਰਾਬ ਨਹੀਂ ਕਰਦੇ। ਤੇ ਜੇ ਤੁਹਾਡੇ ਤੇ ਲਾਗ ਵਾਲੀ ਬਿਮਾਰੀ ਆ, ਇਹ ਦੂਜੇ ਨੂੰ ਲੱਗ ਸਕਦੀ ਆ, ਤੇ ਆਪਾਂ ਨੂੰ ਪਤਾ ਇਹਦੇ ਬਾਰੇ, ਪਤਾ ਨਹੀਂ ਫਿਰ ਇਹ ਕਿਉਂ ਇਸ ਤਰ੍ਹਾਂ ਦਾ ਇੱਥੇ ਚੱਲਣਾ ਹੈ ਔਰ ਨਾਲ ਦੀ ਨਾਲ ਇਹਨੂੰ ਜਿਹੜੀ ਹਿਊਮਨ ਰਾਈਟਸ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਮੇਰਾ ਖਿਆਲ ਗਿੱਲ ਸਾਹਿਬ ਜਿਹੜਾ ਚਾਰਟਰ ਆਫ ਰਾਈਟਸ ਹੈਗਾ ਕੈਨੇਡਾ ਦੇ ਵਿੱਚ ਜਾਂ ਹਿਊਮਨ ਰਾਈਟਸ ਆ, ਇਹ ਮੈਂ ਸਮਝਣਾ ਵੀ ਤੁਸੀਂ ਜੀ ਟੀਕਾ ਨਾ ਲਵਾਓ, ਤੁਸੀਂ ਮਾਸਕ ਨਾ ਪਾਓ, ਇਹ ਮੇਰਾ ਖਿਆਲ ਉਹਨਾਂ ਦੇ ਵਿੱਚ ਵੀ ਓਵਰ ਸਟੈਪਿੰਗ ਵਾਲੀ ਗੱਲ ਹੈਗੀ ਆ। ਇਹ ਮਤਲਬ ਉਹਨਾਂ ਦੇ ਵਿੱਚ ਵਾਧੂ ਦਖਲ ਦੇਣ ਵਾਲੀ ਗੱਲ ਹੈਗੀ ਆ, ਉਹਨੂੰ ਬਹੁਤਾ ਖਿੱਚਣ ਵਾਲੀ ਗੱਲ ਹੈਗੀ ਆ। ਹਿਊਮਨ ਰਾਈਟਸ ਜਾਂ ਸਿਵਲ ਰਾਈਟਸ ਜਿਹੜੇ ਆ ਉਹ ਇਹ ਕਿਤੇ ਨਹੀਂ ਕਹਿੰਦੇ ਕਿ ਬਈ ਤੁਸੀਂ ਬਿਮਾਰੀ ਫੈਲਾਉਣ ਦੇ ਵਿੱਚ ਹਿੱਸਾ ਪਾਓ। ਹੁਣ ਜਿਹੜਾ ਬੰਦਾ ਵੈਕਸੀਨ ਨਹੀਂ ਲਵਾਉਂਦਾ ਜਾਂ ਜਿਹੜਾ ਮਾਸਕ ਨਹੀਂ ਪਾਉਂਦਾ, ਉਹ ਕੁਦਰਤੀ ਤੌਰ ਤੇ ਦੂਜਿਆਂ ਨੂੰ ਲਾਗ ਲਾਉਣ ਦੇ ਵਿੱਚ ਕਰ ਰਿਹਾ ਹੈਗਾ, ਬਿਮਾਰੀ ਫੈਲਾਉਣ ਦੇ ਵਿੱਚ ਹਿੱਸਾ ਪਾ ਰਿਹਾ। ਮੇਰਾ ਖਿਆਲ ਕੋਈ ਵੀ ਜਿਹੜਾ ਚਾਰਟਰ ਆਫ ਹਿਊਮਨ ਰਾਈਟਸ ਹੈਗਾ ਉਹ ਸ਼ਾਇਦ ਇਦਾਂ ਦੀ ਇਜਾਜ਼ਤ ਕੋਈ ਨਹੀਂ ਦਿੰਦਾ। ਇਹ ਤਾਂ ਇਜਾਜ਼ਤ ਦਿੰਦਾ ਵੀ ਤੁਸੀਂ ਆਪਣੀ ਮਰਜ਼ੀ ਕਰੋ, ਪਰ ਮਰਜ਼ੀ ਕਿਸ ਹੱਦ ਤੱਕ ਕਰੋ, ਕਿਹੜੇ ਖੇਤਰ ਦੇ ਵਿੱਚ ਕਰੋ। ਜੇ ਹੁਣ ਤੁਸੀਂ ਬਿਮਾਰੀ ਫੈਲਾਉਣ ਦੇ ਵਿੱਚ ਹਿੱਸਾ ਪਾ ਰਹੇ ਹੋ ਤੇ ਇਦਾਂ ਦੀ ਮਰਜ਼ੀ ਕਰਨ ਦਾ ਮੇਰਾ ਖਿਆਲ ਕੋਈ ਵੀ ਚਾਰਟਰ ਜਿਹੜਾ ਨਾ ਉਹ ਅਧਿਕਾਰ ਨਹੀਂ ਦੇ ਸਕਦਾ। ਆ 15 ਮਿੰਟ ਪਹਿਲਾਂ ਇੱਕ ਨਿਊਜ਼ਪੇਪਰ ਦੀ ਖਬਰ ਉਹਨੇ ਪੋਸਟ ਕੀਤੀ ਆਪਣੇ ਪੇਜ ਦੇ ਉੱਤੇ। ਉਹ 'ਚ ਲਿਖਿਆ ਹੈ ਕਿ ਜਿਹੜੇ ਅਨਵੈਕਸੀਨੇਟਡ ਕੋਵਿਡ-19 ਦੇ ਪੇਸ਼ੈਂਟ ਨੇ ਉਹਨਾਂ ਨੇ BC ਦੇ ICU ਫਿਲ ਕਰਤੇ ਆ ਪੂਰੇ। ਔਰ ਉਹ 'ਚ ਨਾਲ ਡਿਟੇਲ ਇਹ ਆ ਕਿ 130 ਲੋਕ ਜਿਹੜੇ ICU ਹਸਪੀਟਲ 'ਚ ਨੇ, ਜਿਨ੍ਹਾਂ 'ਚ 111 ਜਿਹੜੇ ਉਹ ਨੇ ਜਿਹੜੇ ਅਨਵੈਕਸੀਨੇਟਡ ਨੇ, ਜਿਹੜੇ ਰੋੜੇ ਪੱਥਰ ਮਾਰਦੇ ਫਿਰਦੇ ਆ ਜੀ ਲੀਡਰਾਂ ਨੂੰ ਕਿ ਤੁਸੀਂ ਗਲਤ ਕਰ ਰਹੇ ਹੋ। ਸਵਾਲ ਕੀਤਾ ਜਾ ਸਕਦਾ ਆ ਵੀ ਤੁਸੀਂ ਇੱਕ ਮਤਲਬ ਅੰਧ ਵਿਸ਼ਵਾਸ ਇਹਨੂੰ ਕਿਹਾ ਜਾ ਸਕਦਾ ਆ ਕਿ ਇੱਕ ਗੈਰ ਵਿਗਿਆਨਕ ਤਰੀਕੇ ਨਾਲ ਤੁਸੀਂ ਵਿਚਰਦੇ ਰਹੇ ਆ, ਤੇ ਹੁਣ ਜਦੋਂ ਮਰਨ ਲੱਗੇ ਆ ਤਾਂ ਫਿਰ ਹਸਪਤਾਲ ਕਾਹਦੇ ਲਈ ਆਏ ਆ? ਫਿਰ ਤੁਸੀਂ ਉੱਥੇ ਫੇਸ ਕਰੋ ਕੋਵਿਡ ਨੂੰ, ਜਿਹੜਾ ਵਾਇਰਸ ਆ ਉਹਨੂੰ ਫੇਸ ਕਰੋ, ਫਿਰ ਹਸਪਤਾਲ ਕਾਹਦੇ ਲਈ ਆਉਂਦੇ ਆ? ਮਤਲਬ ਜਦੋਂ ਤੁਸੀਂ ਮਰਨ ਲੱਗੇ ਆ ਤਾਂ ਫਿਰ ਹਸਪਤਾਲ ਆ ਰਹੇ ਆ, ਤੇ ਅਦਰਵਾਈਜ਼ ਤੁਸੀਂ ਵਿਰੋਧ ਕਰਦੇ ਆ ਵੀ ਨਾ ਤਾਂ ਟੀਕਾ ਲਵਾਉਣਾ ਤੇ ਨਾ ਹੀ ਮਾਸਕ ਪਾਉਣਾ। ਇਹ ਮੈਂ ਸਮਝਣਾ ਵੀ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਗਿੱਲ ਸਾਹਿਬ। ਅਸੀਂ ਇੰਡੀਆ ਦੇ ਵਿੱਚ ਤਾਂ ਮਹਿਸੂਸ ਕਰ ਸਕਦੇ ਹਾਂ ਕਿ ਉੱਥੇ ਅੰਧ ਵਿਸ਼ਵਾਸ ਬਹੁਤ ਨੇ, ਉੱਥੇ ਕਈ ਕਿਸਮ ਦੀ ਹਨੇਰ ਬਿਰਤੀ ਆ, ਪਰ ਇਹ ਹੈਰਾਨੀ ਵਾਲੀ ਗੱਲ ਤੁਹਾਨੂੰ ਨਹੀਂ ਲੱਗਦੀ ਵੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਵੀ ਨਾ ਮਾਸਕ ਵੀ ਨਹੀਂ ਪਾਉਣਾ ਜੀ, ਅਸੀਂ ਟੀਕਾ ਵੀ ਨਹੀਂ ਲਵਾਉਣਾ ਜੀ, ਤੇ ਜਦੋਂ ਮਰਨ ਲੱਗਣਾ ਉਦੋਂ ਕਹਿਣਾ ਸਾਨੂੰ ਬਚਾ ਲਓ, ਫਿਰ ਹਸਪਤਾਲ ਨੂੰ ਭੱਜਣਾ। ਬਿਲਕੁਲ। ਅੱਛਾ ਪ੍ਰੋਫੈਸਰ ਸਾਹਿਬ ਨੇ ਡਿਟੇਲ ਵੀ ਦਿੱਤੀ ਆ ਉਸ ਅਖਬਾਰ ਨੇ, ਜਿਹੜੀ ਮੁੰਡੇ ਕਹਿ ਰਿਹਾ 15 ਮਿੰਟ ਪਹਿਲਾਂ ਉਹਨਾਂ ਨਿਊਜ਼ ਪੋਸਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜੇ 111 ਵਿਅਕਤੀ ਹਸਪੀਟਲਾਈਜ਼ ਕੀਤੇ ਆ ਨਾ, 130 ਵਿਅਕਤੀ ਜਿਹੜੇ ਗਏ ਆ, ਉਹਨਾਂ ਚੋਂ ਇੱਕ ਪੇਸ਼ੈਂਟ ਤੇ ਹੈਗਾ ਜਿਹਦੀ ਉਮਰ 20 ਤੋਂ 24 ਸਾਲ ਦੀ ਏਜ ਦੇ ਗਰੁੱਪ ਦਾ, 6 ਹੈਗੇ ਨੇ 25 ਤੋਂ 29 ਦੇ, 4 ਹੈਗੇ 30 ਤੋਂ 34 ਸਾਲ ਦੀ ਏਜ ਗਰੁੱਪ ਦੇ, 9 ਹੈਗੇ 35 ਤੋਂ 39 ਏਜ ਗਰੁੱਪ ਦੇ, 5 ਹੈਗੇ ਨੇ 40 ਤੋਂ 44 ਏਜ ਗਰੁੱਪ ਦੇ, 7 ਹੈਗੇ ਨੇ 45 ਤੋਂ 49, 11 ਹੈਗੇ 50 ਤੋਂ 54, 21 55 ਤੋਂ 59 ਦੇ, 14 ਹੈਗੇ 60 ਤੋਂ 64 ਸਾਲ ਦੇ, ਤੇ 11 ਲੋਕ ਨੇ ਜਿਹੜੇ 65 ਤੋਂ 69 ਸਾਲ ਦੀ ਏਜ ਗਰੁੱਪ ਦੇ ਨੇ। ਮਤਲਬ ਉਹਨਾਂ ਨੇ ਆਪਣੀ ਏਜ ਵਾਈਜ਼ ਵੀ ਸਾਰਾ ਬੋਰਾ ਜਿਹੜਾ ਉਹਦਾ ਡਿਟੇਲ ਜਿਹੜੀ ਆ ਉਹ ਖਬਰ ਸ਼ਾਇਆ ਕੀਤੀ ਹੈ ਜੀ। ਇਹਦਾ ਮਤਲਬ ਹੈ ਕਿ 20-22 ਸਾਲ ਤੋਂ ਲੈ ਕੇ 69 ਸਾਲ ਤੱਕ ਦੇ ਇਹ ਮਰੀਜ਼ ਹੈਗੇ ਆ ਜੀ। ਔਰ ਇਹ ਜਿਹੜੀ ਉਮਰ ਹੈਗੀ ਆ, ਇਹ ਲਗਭਗ ਸਾਰੀ ਜਿਹੜੀ ਆ ਨਾ, ਇਹ ਇੱਕ ਹੈਲਦੀ ਮਨੁੱਖ ਦੀ ਉਮਰ ਹੈਗੀ ਆ, ਜਿਹੜਾ ਕੰਟਰੀ ਦੇ ਵਿੱਚ ਕੰਮਕਾਰ ਕਰਕੇ ਇਕਨੋਮੀ ਦੇ ਵਿੱਚ ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾ ਸਕਦਾ ਹੈ। ਸੋ ਇਹ ਇੱਕ ਹਿਊਮਨ ਰਿਸੋਰਸਿਸ ਜਿਹੜੇ ਹੈਗੇ ਆ, ਉਹਨਾਂ ਦਾ ਸਮਝ ਲਓ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਸਿੱਖਿਆ ਦਿੱਤੀ ਆ ਜਾਂ ਉਤਸ਼ਾਹਿਤ ਕੀਤਾ ਹੈਗਾ ਕਿ ਬਈ ਤੁਸੀਂ ਟੀਕਾ ਵੀ ਨਾ ਲਵਾਓ ਤੇ ਮਾਸਕ ਵੀ ਨਾ ਪਾਓ, ਤੇ ਇਹ ਐਡਾ ਕੀਮਤੀ ਸਰਮਾਇਆ ਜਿਹੜਾ ਕੰਟਰੀ ਦਾ ਉਹਨੂੰ ਖਤਰੇ 'ਚ ਪਾਤਾ ਹੈਗਾ। ਔਰ ਇਹ
ਜਿਹੜੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹਦੇ 'ਚ ਕੋਰਟਾਂ ਵੱਲੋਂ ਵੀ ਦਖਲ ਹੋਣਾ ਚਾਹੀਦਾ, ਸਰਕਾਰ ਵੱਲੋਂ ਵੀ ਹੋਣਾ ਚਾਹੀਦਾ ਵੀ ਹਿਊਮਨ ਰਾਈਟਸ ਜਿਹੜੇ ਹੈਗੇ ਆ ਉਹ ਦੂਜਿਆਂ ਦੀ ਜਾਨ ਨੂੰ ਖਤਰਾ ਜਿਹੜਾ ਪੈਦਾ ਕਰਦੇ ਹੈਗੇ ਆ, ਉਹ ਓਵਰ ਸਟੈਪਿੰਗ ਹੈਗੀ ਆ। ਹਿਊਮਨ ਰਾਈਟਸ ਇਸ ਹੱਦ ਤੱਕ ਨਹੀਂ ਜਾ ਸਕਦੇ। ਸੋ ਇਹ ਬੜੀ ਯਾਨੀ ਚਿੰਤਾ ਵਾਲੀ ਗੱਲ ਆ ਔਰ ਖਤਰਨਾਕ ਗੱਲ ਹੈਗੀ ਆ, ਔਰ ਇਹਦੇ ਲਈ ਯਤਨ ਵੀ ਹੋਣੇ ਚਾਹੀਦੇ ਆ। ਉਹਨਾਂ ਨੂੰ ਕਨਵਿੰਸ ਕਰਨਾ ਚਾਹੀਦਾ ਕਿ ਹੁਣ ਜੇ ਤੁਸੀਂ ਮਰਨ ਲੱਗੇ ਹੋ ਤਾਂ ਫਿਰ ਤਾਂ ਤੁਸੀਂ ਹਸਪਤਾਲ ਆ ਹੀ ਗਏ ਆ, ਹਸਪਤਾਲ ਦੇ ਵਿੱਚ ਟੀਕਾ ਵੀ ਲੱਗੇਗਾ, ਮਾਸਕ ਵੀ ਪਾਇਆ ਜਾਊਗਾ, ਤੇ ਪਹਿਲਾਂ ਹੀ ਕਿਉਂ ਨਹੀਂ ਇਹ ਤੁਸੀਂ ਇਹਨੂੰ ਇਸ ਗੱਲ ਨੂੰ ਮਨਜ਼ੂਰ ਕਰਦੇ। ਸੋ ਇਹ ਇੱਕ ਬੜੀ ਸਮਝ ਲਓ ਵੀ ਦੁੱਖ ਵਾਲੀ ਗੱਲ ਹੈਗੀ ਆ, ਅਫਸੋਸ ਵਾਲੀ ਗੱਲ ਹੈ। ਪ੍ਰੋਫੈਸਰ ਸਾਹਿਬ ਪਿਛਲੇ ਦਿਨੀ ਸੀ, ਚਲੋ ਆਪਾਂ ਥੋੜ੍ਹੀਆਂ ਭਾਰਤ ਦੀਆਂ ਵੀ ਖਬਰਾਂ ਕਰਨੀਆਂ ਨੇ ਤੁਹਾਡੇ ਨਾਲ ਸਾਂਝੀਆਂ। ਪਿਛਲੇ ਦਿਨੀ ਆਪਾਂ ਇੱਕ ਖਬਰ ਸਾਂਝੀ ਕੀਤੀ ਸੀਗੀ ਕਿ ਤਾਮਿਲਨਾਡੂ ਦੇ ਗਵਰਨਰ ਨੂੰ ਪਹਿਲੀ ਵਾਰ ਇਹਦਾ ਆਇਆ ਕਿ ਐਡੀਸ਼ਨਲ ਚਾਰਜ ਦਿੱਤਾ ਸੀਗਾ ਕੇਂਦਰ ਸਰਕਾਰ ਨੇ। ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਚੱਲ ਰਿਹਾ ਸੀ, ਲੋਕਾਂ ਨੇ ਇਹਦੇ ਮਹਿਨੇ ਕੱਢੇ ਸੀ ਕਿ ਸ਼ਾਇਦ ਪੰਜਾਬ ਰਾਸ਼ਟਰਪਤੀ ਰਾਜ ਵੱਲ ਵਧ ਰਿਹਾ। ਕੁਝ ਇੱਕ ਮੀਡੀਆ ਹਾਊਸਿਸ ਨੇ ਤੇ ਖਬਰਾਂ ਵੀ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਕਿ ਕੇਂਦਰ ਸਰਕਾਰ ਦੇ ਮਨ 'ਚ ਕੋਈ ਮੈਲ ਹੈ, ਉਹ ਪੰਜਾਬ ਨੂੰ ਰਾਸ਼ਟਰਪਤੀ ਰਾਜ ਵੱਲ ਧੱਕ ਸਕਦੀ ਆ। ਪਰ ਹੁਣ ਜਿਹੜੇ ਬਨਵਾਰੀ ਲਾਲ ਪ੍ਰੋਹਤ ਨੇ ਉਹਨਾਂ ਨੂੰ ਪੱਕਾ ਹੀ ਲਾਤਾ ਜੀ ਗਵਰਨਰ ਪੰਜਾਬ ਦਾ, ਤੇ RN ਰਵੀ ਜਿਹੜੇ ਆ ਉਹਨਾਂ ਨੂੰ ਤਾਮਿਲਨਾਡੂ ਦਾ ਗਵਰਨਰ ਲਾਤਾ, ਤੇ ਜਾਨੀ ਕਿ ਪੰਜਾਬ ਨੂੰ ਪੱਕਾ ਗਵਰਨਰ ਮਿਲ ਗਿਆ ਜੀ। ਤੇ ਉਹ ਗਵਰਨਰ ਉਹੀ ਹੋਣਗੇ ਜਿਨ੍ਹਾਂ ਨੂੰ ਤਾਮਿਲਨਾਡੂ ਤੋਂ ਬਦਲ ਕੇ ਇੱਥੇ ਲਾਇਆ ਗਿਆ, ਬਨਵਾਰੀ ਲਾਲ ਪ੍ਰੋਹਤ ਨਹੀਂ। ਔਰ ਦੂਜੀ ਖਬਰ ਜਿਹੜੀ ਆ ਉਹ ਬੀਜੇਪੀ ਨੇ ਜਿਹੜੇ ਪੁਰੀ ਸਾਹਿਬ ਨੇ ਮਿਨਿਸਟਰ, ਉਹਨਾਂ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾ ਦਿੱਤਾ। ਤੇ ਸ਼ਾਇਦ ਤੀਜੀ ਖਬਰ ਇਹ ਵੀ ਆ ਕਿ ਜਿਹੜੇ ਲਾਲਪੁਰਾ ਹਰੀ ਨੇ ਸਾਬਕਾ ਅਫਸਰ ਪੁਲਿਸ ਦੇ, ਉਹਨਾਂ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਲਾ ਦਿੱਤਾ ਗਿਆ। ਇਹ ਤਿੰਨੇ ਖਬਰਾਂ ਠੀਕ ਆ ਜੀ। ਪਹਿਲਾਂ ਜਿਹੜਾ ਤਾਮਿਲਨਾਡੂ ਦਾ ਗਵਰਨਰ ਆ ਜਿਹਨੂੰ ਐਡੀਸ਼ਨਲ ਚਾਰਜ ਪੰਜਾਬ ਦਾ ਦਿੱਤਾ ਗਿਆ ਸੀਗਾ, ਉਹ ਬਿਲਕੁਲ ਹੀ ਯਾਨੀ ਮਤਲਬ ਇੱਕ ਬੜੀ ਹੈਰਾਨੀਜਨਕ ਗੱਲ ਸੀਗੀ ਭਈ ਜੇ ਤੁਸੀਂ ਕੋਈ ਗਵਰਨਰ ਅਜੇ ਨਹੀਂ ਤੁਹਾਨੂੰ ਲਾਉਣ ਲਈ ਲੱਭਿਆ ਤੇ ਤੁਸੀਂ ਜਿਹੜੇ ਨੇਬਰਿੰਗ ਸਟੇਟਸ ਹੈਗੀਆਂ, ਗੁਆਂਢੀ ਰਾਜ ਜਿਹੜੇ ਆ, ਉਹਨਾਂ ਦੇ ਗਵਰਨਰ ਨੂੰ ਤੁਸੀਂ ਐਡੀਸ਼ਨਲ ਚਾਰਜ ਦੇ ਸਕਦੇ ਆ। ਆਮ ਤੌਰ ਤੇ ਇਹ ਹਰ ਮਹਿਕਮੇ 'ਚ ਹੀ ਹੁੰਦਾ ਹੈਗਾ, ਔਰ ਇਸੇ ਤਰ੍ਹਾਂ ਗਵਰਨਰਸ਼ਿਪ ਦਾ ਵੀ ਹੋ ਸਕਦਾ ਸੀਗਾ, ਤੇ ਉਹ ਬਿਲਕੁਲ ਹੀ ਗਲਤ ਫੈਸਲਾ। ਪਹਿਲਾਂ ਰਵਾਇਤ ਇਹੀ ਰਹੀ ਹੈ ਸਰ, ਰਵਾਇਤ ਇਹੀ ਰਹੀ ਹੈ ਕਿ ਜੇ ਹਰਿਆਣੇ ਦੇ ਗਵਰਨਰ ਦਾ ਸਮਾਂ ਪੂਰਾ ਹੋ ਗਿਆ ਤੇ ਪੰਜਾਬ ਦੇ ਗਵਰਨਰ ਦੇ ਨਾਲ ਚਾਰਜ ਲੈ ਲੈਂਦੇ ਸੀ। ਹਰਿਆਣਾ ਪੰਜਾਬ ਭਾਵੇਂ ਤੁਸੀਂ ਲਕੀਰ ਖਿੱਚੀ ਆ, ਪਰ ਹੈਗੀ ਤੇ ਇੱਕੋ ਹੀ ਰਹਿਤ ਹੈ ਨਾ, ਇੱਕੋ ਹੀ ਚੀਜ਼ ਹੈ ਨਾ। ਇਸੇ ਤਰ੍ਹਾਂ ਹਿਮਾਚਲ ਹੈ ਨਾਲ ਲੱਗੀ ਸਟੇਟ, ਇਹਨਾਂ ਤਿੰਨਾਂ ਦਾ ਕੇਂਦਰ ਬਿੰਦੂ ਚੰਡੀਗੜ੍ਹ ਹੈ, ਕਿਸੇ ਗਵਰਨਰ ਨੂੰ ਵੀ ਇਹ ਡਿਊਟੀ ਲਾਈ ਜਾ ਸਕਦੀ ਹੈ। ਪਰ ਤਾਮਿਲਨਾਡੂ ਜੋ ਵਿਸ਼ੇਸ਼ ਤੌਰ ਤੇ ਲਿਆਉਣ ਨਾਲ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਹੋ ਗਏ ਸੀਗੇ, ਪਰ ਹੁਣ ਇਹ ਚੀਜ਼ਾਂ ਨਾਰਮਲ ਹੋਈਆਂ ਲੱਗਦੀਆਂ ਨੇ ਕਿਉਂਕਿ ਉਹਨਾਂ ਨੂੰ ਰੈਗੂਲਰ ਬਣਾ ਦਿੱਤਾ ਗਿਆ ਤੇ ਨਾਲ ਪੁਰੀ ਸਾਹਿਬ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਬਣਾ ਦਿੱਤਾ ਕਿ ਰਾਜਨੀਤਿਕ ਜਿਹੜੀ ਹੈਗੀ ਆ ਪੋਲੀਟੀਕਲ ਪਾਰਟੀ ਦਾ ਕੰਮਕਾਰ ਉਹ ਵੀ ਕਿਸ ਤਰ੍ਹਾਂ ਚੱਲ ਸਕੇ ਪੰਜਾਬ 'ਚ। ਉਹਦੇ 'ਚ ਦੇਖੋ ਪਹਿਲੀ ਗੱਲ ਜਿਹੜੀ ਆ ਉਹ ਠੀਕ ਹੋ ਗਿਆ ਬਈ ਉਹਨਾਂ ਨੇ ਪੱਕਾ ਗਵਰਨਰ ਲਾਤਾ, ਕਿਉਂਕਿ ਜਿਹੜਾ ਚਾਰਜ ਦੇਣ ਵਾਲੀ ਗੱਲ ਸੀਗੀ ਉਹ ਕੋਈ ਠੀਕ ਨਹੀਂ ਲੱਗਦੀ ਸੀਗੀ, ਗੁਆਂਢੀ ਰਾਜ ਵਾਲੇ ਨੂੰ ਦੇਣਾ ਚਾਹੀਦਾ ਸੀਗਾ। ਗਵਰਨਰ ਲਾਤਾ ਤੇ ਨਾਲ ਪੁਰੀ ਸਾਹਿਬ ਤੇ ਉਹਦੇ ਨਾਲ ਜੀ ਜਿਹੜੀ ਪੂਨਮ ਲੇਖੀ ਹੈਗੀ ਆ, ਉਹਨੂੰ ਵੀ ਉਹਦੇ ਉਸ ਟੀਮ ਦੇ ਵਿੱਚ ਰੱਖਿਆ ਹੈਗਾ। ਤੇ ਇਹ ਚਲੋ ਇਹ ਗੱਲ ਤਾਂ ਇੰਡੀਕੇਟ ਕਰਦੀ ਆ ਬਈ ਹੁਣ ਪੰਜਾਬ ਦੇ ਵਿੱਚ ਗਵਰਨਰੀ ਰਾਜ ਦੀ ਸੰਭਾਵਨਾ ਜਿਹੜੀ ਆ ਉਹ ਨਾ ਦੇ ਬਰਾਬਰ ਹੋਊਗੀ। ਪਰੰਤੂ ਜਿਹੜੇ ਇੰਚਾਰਜ ਲਾਏ ਆ, ਇੰਚਾਰਜਾਂ ਦੇ ਵਿੱਚ ਤੁਸੀਂ ਦੇਖੋ ਜਿਹੜੇ ਪੁਰੀ ਸਾਹਿਬ ਨੂੰ ਉਹਨਾਂ ਨੇ ਇੰਚਾਰਜ ਇਹ ਸੋਚ ਕੇ ਲਾਇਆ ਵੀ ਇਹ ਸਿੱਖ ਆ, ਇਹ ਸਿੱਖ ਚਿਹਰਾ ਆ, ਤੇ ਪੰਜਾਬ ਦੇ ਲੋਕ ਉਹਨੂੰ ਸਿੱਖ ਮੰਨਦੇ ਆ ਕਿ ਨਹੀਂ ਮੰਨਦੇ, ਜਾਂ ਸਿੱਖੀ ਵਾਸਤੇ ਕੋਈ ਉਹਦਾ ਯੋਗਦਾਨ ਕੋਈ ਹੈਗਾ ਕਿ ਨਹੀਂ ਹੈਗਾ, ਕਿਉਂਕਿ ਉਹ ਤਾਂ ਬਿਊਰੋਕਰੇਟ ਆ, ਉਹ ਤੇ IFS ਦੇ ਵਿੱਚ ਹੁੰਦਾ ਸੀਗਾ, ਮਤਲਬ ਇੰਡੀਅਨ ਫੋਰਨ ਸਰਵਿਸ ਦੇ ਵਿੱਚ। ਤੇ ਪ੍ਰੋਫੈਸਰ ਸਾਹਿਬ ਮੰਨਦੇ ਜਾਂ ਨਹੀਂ ਮੰਨਦੇ, ਚਲੋ ਸਿੱਖ ਹੋਣਾ ਤੇ ਆਪਣਾ ਉਹਨਾਂ ਦਾ ਪਰਸਨਲ ਹੈ ਜੀ, ਸਿੱਖ ਤੇ ਹੋਣਗੇ ਹੀ, ਉਹ ਸਾਡੇ ਨੂੰ ਚੰਗੇ ਸਿੱਖ ਵੀ ਹੋ ਸਕਦੇ, ਚ ਕੋਈ ਦੋ ਰਾਵਾਂ ਨਹੀਂ, ਪਰ ਪੋਲੀਟੀਕਲੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਹੀਂ ਕੀਤਾ। ਪਰ ਅੰਮ੍ਰਿਤਸਰ ਵਾਲੀ ਇਲੈਕਸ਼ਨ 'ਚ ਹਾਲ ਵੇਖ ਹੀ ਲਿਆ ਸੀ ਅਸਰ ਉਹਨਾਂ ਦਾ। ਮੇਰਾ ਕਹਿਣ ਦਾ ਮਤਲਬ ਉਹੀ ਸੀਗਾ, ਮੈਂ ਇਹ ਨਹੀਂ ਕਹਿੰਦਾ ਵੀ ਉਹ ਸਿੱਖ ਕਿਸ ਕਿਸਮ ਦੇ ਆ, ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਿੱਖਾਂ ਲਈ ਉਹਨਾਂ ਨੇ ਕੀ ਕੀਤਾ ਹੈਗਾ, ਸਿੱਖੀ ਲਈ ਕੀ ਕੀਤਾ, ਪੰਜਾਬ ਲਈ ਕੀ ਕੀਤਾ ਹੈਗਾ। ਇਹ ਇੱਥੋਂ ਹਾਰ ਕੇ ਗਏ ਆ ਉਹ, ਤੇ ਉਹ BJP ਦੀ ਜਿਹੜੀ ਡੁੱਬਦੀ ਬੇੜੀ ਆ ਉਹਨੂੰ ਕਿੰਨਾ ਕੁ ਬੰਨੇ ਲਾ ਲੈਣਗੇ। ਤੇ ਜਿਹੜੀ ਉਹ ਬੀਬੀ ਹੈਗੀ ਆ ਪੂਨਮ ਲੇਖੀ,
ਉਹਨੇ ਤੁਹਾਨੂੰ ਪਤਾ ਹੀ ਆ ਵੀ ਕਿਸਾਨਾਂ ਲਈ ਇੱਕ ਮਤਲਬ ਬੜਾ ਗਲਤ ਸ਼ਬਦ ਵਰਤਿਆ ਹੈਗਾ, ਤੇ ਉਹ ਸਾਨੂੰ ਤਾਂ ਦੁਹਰਾਉਣ ਦੀ ਲੋੜ ਨਹੀਂ ਹੈ, ਉਹ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਉਸ ਲਫ਼ਜ਼ ਦਾ ਪਤਾ ਹੈਗਾ। ਤੇ ਇਹ ਮੇਰਾ ਖਿਆਲ ਇਹ ਆ ਵੀ ਉਹਨਾਂ ਨੇ ਇਸ ਇਰਾਦੇ ਨਾਲ ਵੀ ਉਹ ਪੀਐਨ ਲੇਖੀ ਜਿਹੜੇ ਆ ਉਹ ਉਹਨਾਂ ਦੀ ਕੁੜੀ ਆ ਨਾ, ਉਹਨਾਂ ਦੀ ਬੇਟੀ ਆ, ਜਿਹੜੇ ਸੁਪਰੀਮ ਕੋਰਟ ਦੇ ਵਕੀਲ ਹੁੰਦੇ ਸੀ ਬੀਜੇਪੀ ਦੇ ਲੀਡਰ, ਤੇ ਪੀਐਨ ਲੇਖੀ ਜਦੋਂ ਕੋਈ ਪੰਜਾਬ ਦੇ ਵਿੱਚ ਨਹੀਂ ਰਹੇ ਹੈਗੇ, ਉਹ ਦਿੱਲੀ ਸੁਪਰੀਮ ਕੋਰਟ ਦੇ ਵਿੱਚ। ਸਰ ਥੋੜਾ ਜਿਹਾ ਆਪਾਂ ਕੰਫਿਊਜ਼ ਮੈਨੂੰ ਲੱਗਦਾ ਹੋ ਰਹੇ ਆ। ਮੀਨਾਕਸ਼ੀ ਲੇਖੀ ਨੇ ਜਿਹੜੀ ਲੀਡਰ ਐਮਪੀ ਸੀ ਜਿਨ੍ਹਾਂ ਨੇ ਕੁਝ ਕਿਸਾਨਾਂ ਬਾਰੇ ਭੱਦੇ ਸ਼ਬਦ, ਪੂਨਮ ਲੇਖੀ ਨਹੀਂ ਆ ਉਹ। ਸੌਰੀ ਇਹ ਜਿਹੜੀ ਲਾਈ ਹੈ ਮੀਨਾਕਸ਼ੀ ਲੇਖੀ ਨਹੀਂ ਗੀ। ਤੁਸੀਂ ਪੂਨਮ ਲੇਖੀ ਕਹਿ ਰਹੇ ਹੋ, ਮੀਨਾਕਸ਼ੀ ਲੇਖੀ ਜਿਹੜੇ ਆ ਉਹਨਾਂ ਨੇ ਕਿਸਾਨਾਂ ਬਾਰੇ ਬਹੁਤ ਭੈੜੇ ਸ਼ਬਦ ਵਰਤੇ ਸੀਗੇ, ਔਰ ਸੁਪਰੀਮ ਕੋਰਟ ਦੀ ਉਹ ਚੰਗੀ ਇੱਕ ਵੱਡੀ ਵਕੀਲ ਵੀ ਆ ਜੀ। ਹੈਰਾਨੀ ਹੁੰਦੀ ਇਹਨਾਂ ਲੋਕਾਂ ਤੇ ਕਿ ਇਹ ਲੋਕ ਪਬਲਿਕ ਲਾਈਫ 'ਚ ਆ ਕੇ ਕਿਹੋ ਜਿਹੇ ਕਮੈਂਟ ਕਰਦੇ ਆ, ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਨਹੀਂ, ਮੈਂ ਕਨਫਿਊਜ਼ਨ ਤੋਂ ਮੈਨੂੰ ਹੋ ਗਿਆ ਹੈਗਾ। ਨਹੀਂ, ਇਹ ਉਹਨਾਂ ਦਾ ਨਾਮ ਮੀਨਾਕਸ਼ੀ ਲੇਖੀ ਹੈ ਜੀ। ਨਹੀਂ, ਇਹ ਜਿਹੜੀ ਭੇਜੀ ਹੈਗੀ ਆ ਮਤਲਬ ਕੁੜੀ ਦੇ ਨਾਲ, ਉਹਦਾ ਨਾਂ ਕੀ ਹੈ? ਮੈਂ ਉਹ ਖਬਰ ਚੰਗੀ ਤਰ੍ਹਾਂ ਧਿਆਨ ਨਾਲ ਦੇਖੀ ਨਹੀਂ, ਇਸ ਕਰਕੇ ਮੈਂ ਅਵਾਇਡ ਕਰ ਰਿਹਾ ਸੀ, ਕਿਉਂਕਿ ਮੇਰੇ ਕੋਲ ਪੁਖਤਾ ਖਬਰ ਨਹੀਂ ਆ ਕਿ ਪੂਨਮ ਲੇਖੀ ਨਾਲ ਹੈ ਸੀ। ਮੈਂ ਸਿਰਫ ਪੁਰੀ ਸਾਹਿਬ ਦੀ ਖਬਰ ਹੀ ਵੇਖੀ ਸੀਗੀ ਜੀ। ਮੈਨੂੰ ਲੇਖੀ ਤੋਂ ਲੱਗਦਾ ਇਹ ਆ ਵੀ ਇਹ ਪੀਐਨ ਲੇਖੀ ਦੀ ਬੇਟੀ ਹੈਗੀ ਆ, ਤੇ ਜੇ ਉਹਦੀ ਭੈਣ ਵੀ ਹੋਵੇ ਚਲੋ ਇਹ ਕਨਫਰਮ ਕਰ ਲਾਂਗੇ ਆਪਾਂ, ਸੌਰੀ ਫॉर दैट। ਤੇ ਇਹ ਜਿਹੜੀ ਆ ਨਾ ਜੀ ਮਤਲਬ ਇਹ ਤਾਂ ਪੱਕਾ ਹੋ ਗਿਆ ਕਿ ਹੁਣ ਰਾਸ਼ਟਰਪਤੀ ਰਾਜ ਨਹੀਂ ਲੱਗੂਗਾ ਬੀਜੇਪੀ। ਤੇ ਜਿਹੜੇ ਸਰਦਾਰ ਪ੍ਰੇਮ ਸਿੰਘ ਲਾਲਪੁਰਾ ਆ, ਇਹ ਮਤਲਬ ਸਿੱਖ ਸਿਆਸਤ ਨਾਲ ਸੰਬੰਧਿਤ ਰਹੇ ਆ, ਸਿੱਖੀ ਬਾਰੇ ਇਹਨਾਂ ਦੇ ਮਤਲਬ ਖੋਜ ਵੀ ਹੈਗਾ। ਇਹ ਜਦੋਂ ਪੰਜਾਬ ਪੁਲਿਸ ਦੇ ਵਿੱਚ ਸੀਗੇ ਆਈਪੀਐਸ ਆਫੀਸਰ ਨੇ, ਤੇ ਉਦੋਂ ਵੀ ਇਹ ਮਤਲਬ ਸਿੱਖ ਸਿਧਾਂਤਾਂ ਬਾਰੇ ਆਰਟੀਕਲ ਵਗੈਰਾ ਲਿਖਦੇ ਰਹੇ ਆ। ਸੋ ਉਹ ਤਾਂ ਮੈਂ ਸਮਝਦਾ ਵੀ ਉਹਨੇ ਇੱਕ ਸਿੱਖ ਨੇ ਜਿਹੜਾ ਬੀਜੇਪੀ ਦਾ ਪੱਲਾ ਫੜਿਆ, ਉਹਨੂੰ ਉਹਦਾ ਜਿਹੜਾ ਬੋਲਿਆ ਉਹ ਮਿਲ ਗਿਆ, ਮਤਲਬ ਚੇਅਰਮੈਨ ਉਹਨੂੰ ਬਣਾਤਾ ਹੈਗਾ। ਸੋ ਇਹ ਗੱਲ ਕਲੀਅਰ ਹੋ ਗਈ ਆ ਕਿ ਹੁਣ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਨਹੀਂ ਲੱਗੇਗਾ, ਕਿਉਂਕਿ ਬੀਜੇਪੀ ਨੇ ਵੀ ਚੋਣਾਂ ਦੀਆਂ ਤਿਆਰੀਆਂ ਕਰ। ਠੀਕ ਹੈ, ਦੋ ਖਬਰਾਂ ਹੋਰ ਬੜੀਆਂ ਪੰਜਾਬ ਤੋਂ ਨੇ ਜਿਹੜੀਆਂ ਤੁਹਾਡਾ ਸਾਂਝੀਆਂ ਕਰਨੀ ਚਾਹੁੰਦਾ, ਪਰ ਸੁਸ਼ੀਲ ਨਾਲ ਵੀ ਬਾਅਦ ਚ ਕਰਾਂਗੇ, ਤੁਹਾਡੇ ਵਿਚਾਰ ਮੈਂ ਲੈਣਾ। ਇੱਕ ਖਬਰ ਤੇ ਆ ਰਹੀ ਆ ਕਿ ਕਾਂਗਰਸ ਦੀ ਧੜੇਬੰਦੀ ਜਿਉਂ ਦੀ ਤਿਉਂ ਆ। ਨਵਜੋਤ ਸਿੱਧੂ ਨੂੰ ਤਾਂ ਲੱਗਦਾ ਉਸ ਦਿਨ ਥੋੜਾ ਜਿਹਾ ਸਮਝਾ ਕੇ ਭੇਜਤਾ ਪ੍ਰਿਅੰਕਾ ਗਾਂਧੀ ਨੇ, ਤੇ ਉਹ ਕਾਫੀ ਦਿਨਾਂ ਤੋਂ ਚੁੱਪ ਨੇ, ਤੇ ਹੁਣ ਉਹ ਆਪਣੀ ਟੀਮ ਦਾ ਗਠਨ ਕਰ ਰਹੇ ਆ, ਕਹਿੰਦੇ ਆ ਇਸ ਕਰਕੇ ਉਹ ਕੋਈ ਖਲਾਰਾ ਵਾਲਾ ਪਾਸੇ ਨਹੀਂ ਜਾ ਰਹੇ। ਪਰ ਦੂਜੇ ਪਾਸੇ ਅੱਜ ਇੱਕ ਵੱਡੀ ਖਬਰ ਸਾਹਮਣੇ ਆਈ ਆ ਕਿ ਲਾਲ ਸਿੰਘ ਨੂੰ ਕੈਪਟਨ ਸਾਹਿਬ ਨੇ ਮਤਲਬ ਐਕਟਿੰਗ ਦੇ ਸੀਐਮ ਵਾਲੀਆਂ ਪਾਵਰਾਂ ਦੇ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਰਾ ਕੰਮਕਾਜ ਵੇਖੋ, ਤੇ ਉਹ ਆਪਣਾ ਧੜਾ ਮਜ਼ਬੂਤ ਕਰਨ ਵਾਲੇ ਪਾਸੇ ਨੂੰ ਕੰਮ ਕਰ ਰਹੇ ਆ। ਮਤਲਬ ਇਹ ਦੋ ਖਬਰਾਂ ਨੇ ਕਿ ਨਵਜੋਤ ਸਿੱਧੂ ਨੂੰ ਕਿਤੇ ਨਾ ਕਿਤੇ ਚੁੱਪ ਕਰਾ ਦਿੱਤਾ ਗਿਆ ਆ, ਤੇ ਹੁਣ ਐਕਟਿਵ ਨਜ਼ਰ ਆ ਰਹੇ ਨੇ ਕੈਪਟਨ ਸਾਹਿਬ। ਤੇ ਧੜੇਬੰਦੀ 'ਚ ਤੁਹਾਨੂੰ ਪਤਾ ਉਹ ਬੜੇ ਮਾਹਰ ਨੇ, ਘਾਲ ਸਿਆਸਤਦਾਨ ਨੇ। ਵੇਖਦੇ ਆ ਹੁਣ ਆਉਣ ਵਾਲੇ ਦਿਨਾਂ 'ਚ ਪੰਜਾਬ ਕਾਂਗਰਸ ਦੀ ਸਿਆਸਤ ਕਿਸ ਰੁਖ ਬੈਠਦੀ ਹੈ ਜੀ। ਰੁਖ ਦਾ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਜੀ, ਪਰ ਹੁਣ ਤੱਕ ਤਾਂ ਇਦਾਂ ਹੀ ਲੱਗਦਾ ਵੀ ਦੋਵੇਂ ਧਿਰਾਂ ਜਿਹੜੀਆਂ ਨਾ ਉਹ ਕਾਂਗਰਸ ਦਾ ਪੰਜਾਬ 'ਚੋਂ ਬੋਰੀਆ ਬਿਸਤਰਾ ਗੋਲ ਕਰਾਉਣ ਲਈ ਕਾਫੀ ਐਕਟਿਵ ਹੋ ਰਹੇ ਨੇ। ਹੁਣ ਜੇ ਧੜੇਬੰਦੀ 'ਚ ਵੀ ਐਕਟਿਵ ਹੋਣਗੇ, ਉੱਧਰ ਵੀ ਧੜੇਬੰਦੀ ਹੈਗੀ ਆ, ਤੇ ਪਾਰਟੀ ਨੂੰ ਉਹਦਾ ਕੀ ਫਾਇਦਾ ਹੋਊਗਾ? ਨਹੀਂ, ਉਹ ਤਾਂ ਦਿਖਦਾ ਹੈ ਜੀ ਧੜੇਬੰਦੀ ਤੇ ਪ੍ਰਪੱਕ ਹੈਗੀ ਆ। ਸਿਰਫ ਹੁਣ ਇਹ ਆ ਕਿ ਜਿਹੜਾ ਉਹਨੂੰ ਕਹਿੰਦੇ ਹੁੰਦੇ ਆ ਨਾ ਪਹਿਲਵਾਨਾਂ ਦੇ ਘੋਲ ਦੇ ਵਿੱਚ ਪਟਕਾ ਕੁਸ਼ਤੀ ਹੋ ਰਹੀ ਹੈ, ਤੇ ਦਾਲ ਲਾਉਂਦਾ ਕਿਹੜਾ ਆ ਪਟਕਾ ਲਾਉਣ ਲਈ। ਇਹ ਵੇਖਣ ਵਾਲੀ ਗੱਲ ਤੇ ਇਹ ਆ ਕਿ ਕਿਹੜਾ ਮੋਢੇ ਥੱਲੇ ਲਵਾ ਕੇ ਕੁਸ਼ਤੀ ਜਿਹੜੀ ਉਹਦੀ ਝੰਡੀ ਜਿੱਤਦਾ। ਗੱਲ ਤੇ ਹੁਣ ਇੱਥੇ ਆ ਕੇ ਖੜ ਗਈ। ਇਹ ਝੰਡੀ ਵਾਲੀ ਐਗਜ਼ਾਮਪਲ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦੀ, ਕਿਉਂਕਿ ਪੋਲੀਟੀਕਲ ਪਾਰਟੀ ਦਾ ਮਸਲਾ ਹੈਗਾ, ਔਰ ਦੋਨੇ ਹੀ ਤਰ੍ਹਾਂ ਮੇਰਾ ਖਿਆਲ ਆਪਣੀ ਕਾਂਗਰਸ ਪਾਰਟੀ ਨੂੰ ਢਾਹ ਹੀ ਲਾ ਰਹੀਆਂ ਆ। ਆਪਣਾ ਧੜਾ ਮਜ਼ਬੂਤ ਕਰ ਲੈਣਾ ਜਾਂ ਦੂਜੇ ਦੇ ਧੜੇ ਨੂੰ ਢਾਹ ਲਾ ਲੈਣ, ਇਹਦੇ ਨਾਲ ਆਖਰਕਾਰ ਪਾਰਟੀ ਨੂੰ ਤਾਂ ਕੋਈ ਫਾਇਦਾ ਨਹੀਂ ਨਾ ਹੋਣਾ। ਸੋ ਇਸ ਕਰਕੇ ਮੈਨੂੰ ਤਾਂ ਇਹ ਲੱਗਦਾ ਵੀ ਦੋਨੇ ਤਰ੍ਹਾਂ ਜਿਹੜੀਆਂ ਉਹ ਪਾਰਟੀ ਨੂੰ ਖਤਮ ਕਰਨ ਦੇ ਉੱਤੇ ਲੱਗੀਆਂ ਹੈਗੀਆਂ। ਦੋਨਾਂ ਦੀ ਈਗੋ ਹੈਗੀ ਹੈ ਜਿਹੜੀ। ਹੁਣ ਜਿਹੜੇ ਐਕਟਿੰਗ ਸੀਐਮ ਲਾਉਣ ਲੱਗੇ ਨੇ ਜਾਂ ਲਾਤਾ ਉਹਨਾਂ ਨੇ ਕੈਪਟਨ ਸਾਹਿਬ ਨੇ, ਉਹਨਾਂ ਦੀ ਕਾਰਗੁਜ਼ਾਰੀਆਂ ਪਹਿਲਾਂ ਵੀ ਸਾਰੇ ਲੋਕਾਂ ਨੂੰ ਪਤਾ ਹੀ ਆ ਵੀ ਉਹ ਕਿੰਨੇ ਕੁ ਐਕਟਿਵ ਹੈਗੇ ਆ ਤੇ ਕਿੰਨੇ ਕੁ ਲੋਕਾਂ ਦੇ ਵਿੱਚ ਪਾਪੂਲਰ ਹੈਗੇ ਆ। ਸੋ ਇਸ ਕਰਕੇ ਇਹ ਜਿੱਦਾਂ ਹੁੰਦਾ ਨਾ ਵੀ ਮਰਦੇ ਨੂੰ ਤੀਲੇ ਦਾ ਸਹਾਰਾ, ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਉਹ ਹੋ ਗਈਆਂ। ਅੱਛਾ ਜੀ, ਆਪਾਂ ਕਿਸਾਨਾਂ ਦੀਆਂ ਦੋ ਖਬਰਾਂ ਕਰਨੀਆਂ ਨੇ ਬਸ ਲਾਸਟ ਵਿੱਚ। ਇੱਕ ਖਬਰ ਤੇ ਕਰਨਾਲ ਵਾਲੀ ਵੱਡੀ ਖਬਰ ਹੈ ਹੀ, ਉਹਦੇ ਨਾਲ ਆਪਾਂ ਬਾਅਦ ਚ ਆਉਂਦੇ ਹਾਂ, ਪਰ ਪਹਿਲਾਂ ਮੈਂ ਇਹ ਕਰਨਾ ਚਾਹੁੰਦਾ ਕਿ ਅੱਜ
ਕਿਸਾਨ ਆਗੂਆਂ ਦੇ ਕਹਿਣ ਦੇ ਉੱਤੇ ਸਰਬ ਪਾਰਟੀ ਪੰਜਾਬ ਦੀ ਇੱਕ ਤਰ੍ਹਾਂ ਦੀ ਮੀਟਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ। ਔਰ ਪਿਛਲੇ ਦਿਨਾਂ ਤੋਂ ਬਾਕੀ ਪਾਰਟੀਆਂ ਨੇ ਤੇ ਆਪਣੇ ਕੈਂਡੀਡੇਟ ਦੱਸ ਦਿੱਤੇ ਸੀ ਕਿ ਕਿਹੜੇ ਲੋਕ ਸਾਨੂੰ ਰਿਪਰੈਜ਼ੈਂਟ ਕਰਨਗੇ। ਸੁਖਬੀਰ ਬਾਦਲ ਨੇ ਸਵਾਲ ਉਠਾਇਆ ਸੀ ਕਿ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਤੇ ਸਾਨੂੰ ਸਵਾਲ ਕਰ ਦਿਓ, ਸਾਨੂੰ ਇੱਕ ਜਗ੍ਹਾ ਬਿਠਾ ਕੇ ਆਪਣੇ ਸਵਾਲ ਦੱਸ ਦਿਓ ਤਾਂ ਕਿ ਅਸੀਂ ਤੁਹਾਨੂੰ ਜਵਾਬ ਦੇ ਸਕੀਏ ਜਾਂ ਘੱਟੋ ਘੱਟ ਆਪਣੇ ਜਵਾਬ ਤਿਆਰ ਕਰ ਸਕੀਏ। ਕਿਸਾਨ ਆਗੂਆਂ ਨੇ ਉਹਨਾਂ ਦੀ ਇੱਕ ਗੱਲ, ਮੈਂ ਚੈਲੰਜ ਨਹੀਂ ਕਹਿੰਦਾ, ਮੈਂ ਚੈਲੰਜ ਨੂੰ ਨਹੀਂ, ਉਹਨਾਂ ਦੀ ਇਸ ਗੱਲ ਨੂੰ ਮੰਨਦਾ ਆ, ਇੱਕ ਮੀਟਿੰਗ ਸੱਦੀ ਹੈ ਸਾਰੀਆਂ ਪਾਰਟੀਆਂ ਦੇ ਵੀ ਭਾਈ ਸਾਡੇ ਆਹ ਸਵਾਲ ਨੇ ਤੇ ਤੁਸੀਂ ਸਾਨੂੰ ਉਹਨਾਂ ਦੇ ਜਵਾਬ ਸਪਸ਼ਟੀਕਰਨ ਦੇ ਦਿਓ ਤਾਂ ਕਿ ਅਸੀਂ ਆਪਣੇ ਕਾਡਰ ਨੂੰ ਸਮਝਾ ਸਕੀਏ ਵੀ ਕਿਹੜੀ ਗੱਲ ਧਰਨਾ ਕਰਨੀ ਆ ਕਿਹੜੀ ਨਹੀਂ। ਤੇ ਡਿਊਟੀਆਂ ਲਾਤੀਆਂ ਸੀ, ਆਮ ਆਦਮੀ ਪਾਰਟੀ ਵਾਲਿਆਂ ਵੀ ਆਪਣੇ ਬੰਦੇ ਨੋਮੀਨੇਟ ਕਰਤੇ ਸੀਗੇ, ਅਕਾਲੀ ਦਲ ਨੇ ਵੀ ਕਰ ਦਿੱਤੇ ਸੀਗੇ ਦੋ ਤਿੰਨ ਵਿਅਕਤੀ। ਕਾਂਗਰਸ ਚੁੱਪ ਸੀ, ਪਰ ਅੱਜ ਖਬਰ ਆ ਗਈ ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਖੁਦ ਕਿਸਾਨਾਂ ਨਾਲ ਜਾ ਕੇ ਗੱਲ ਕਰੂੰਗਾ, ਮੈਂ ਕਿਸਾਨਾਂ ਦਾ ਸਭ ਤੋਂ ਵੱਡਾ ਹਮਦਰਦ ਹਾਂ, ਮੈਂ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੁੰਦਾ ਤੇ ਉਹਦੇ ਮੁਤਾਬਕ ਕੰਮ ਕਰੂੰਗਾ। ਮੈਂ ਬਜਾਦੇ ਖੁਦ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਕਿਸਾਨਾਂ ਦੀ ਮੀਟਿੰਗ 'ਚ ਜਾਊਂਗਾ ਜੀ। ਇਹ ਚੰਗੀ ਡਿਵੈਲਪਮੈਂਟ ਹੈ ਜੀ, ਜੇ ਉਹ ਵੱਡੀ ਪਾਰਟੀ ਆ, ਰਾਜ ਕਰਦੀ ਪਾਰਟੀ ਆ, ਨੈਸ਼ਨਲ ਲੈਵਲ ਦੀ ਵੀ ਬੀਜੇਪੀ ਤੋਂ ਬਾਅਦ ਵੱਡੀ ਪਾਰਟੀ ਆ ਤੇ ਇਹ ਚੰਗਾ ਕਦਮ ਆ ਜੀ। ਤੇ ਇਹਦੇ ਵਿੱਚ ਮੀਡੀਏ ਦੇ ਵੀ ਕੁਝ ਲੋਕਾਂ ਨੇ ਜੀ ਇਹ ਸਲਾਹ ਦਿੱਤੀ ਸੀਗੀ ਔਰ ਮੈਨੂੰ ਲੱਗਦਾ ਵੀ ਜੇ ਬਾਦਲ ਸਾਹਿਬ ਵੀ ਇਸ ਗੱਲ ਤੇ ਆ ਗਏ ਆ ਤੇ ਕਾਂਗਰਸ ਵੀ ਆ ਗਈ ਆ ਤੇ ਬਾਕੀ ਤੇ ਪਾਰਟੀਆਂ ਜਿਹੜੀਆਂ ਉਹ ਪਿਛਾਂਹ ਹਟ ਨਹੀਂ ਸਕਦੀਆਂ। ਸੋ ਇਸ ਕਰਕੇ ਇਹ ਇੱਕ ਚੰਗਾ ਕਦਮ ਆ ਜੀ, ਜੇ ਸਾਰੇ ਇਕੱਠੇ ਬਹਿ ਕੇ ਵਿਚਾਰ ਕਰਦੇ ਆ ਔਰ ਜਿਹੜੇ ਕਿਸਾਨ ਆ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ ਜਾਂ ਉਹਨਾਂ ਨਾਲ ਇਹਨਾਂ ਸਵਾਲਾਂ ਦੇ ਜਵਾਬਾਂ ਸੰਬੰਧੀ ਉਹ ਕਿਵੇਂ ਵਿਚਰਨਗੇ, ਲੋਕ ਜਿਹੜੇ ਆ ਉਹਨਾਂ ਨੂੰ ਕੀ ਸਵਾਲ ਕਰਨ, ਕੀ ਇਹ ਜਵਾਬ ਦੇਣਗੇ ਜਾਂ ਇਹਨਾਂ ਪਾਰਟੀਆਂ ਦਾ ਸਟੈਂਡ ਕੀ ਆ। ਤੇ ਇਹ ਮੈਂ ਕਹਿੰਦਾ ਇੱਕ ਡੈਮੋਕ੍ਰੇਸੀ ਵਾਸਤੇ ਹੈਲਦੀ ਸਾਈਨ ਆ ਜੀ। ਸਾਰੀਆਂ ਪਾਰਟੀਆਂ ਜਿਹੜੀਆਂ ਉੱਧਰੋਂ ਬਹਿਣ, ਆਲ ਪਾਰਟੀ ਮੀਟਿੰਗ ਵਾਂਗੂ, ਤੇ ਦੂਜੇ ਪਾਸੇ ਜਿਹੜੇ ਕਿਸਾਨ ਹੈਗੇ ਆ ਉਹ ਆਪਣਾ ਮੁਤਾਲਬਾ ਜਿਹੜਾ ਉਹ ਰੱਖਣ ਤੇ ਇਹ ਬਹੁਤ ਚੰਗੀ ਗੱਲ ਆ। ਮਤਲਬ ਇਹ ਭਾਵੇਂ ਕਿਸੇ ਨੇ ਵੀ ਕੀਤਾ ਹੈਗਾ ਇਨੀਸ਼ੀਏਟਿਵ, ਜਿਹਨੇ ਵੀ ਲਿਆ ਹੈਗਾ, ਇਹ ਬਹੁਤ ਵਧੀਆ ਆ ਕਿ ਪਿੰਡਾਂ ਦੇ ਵਿੱਚ ਭਾਵੇਂ ਕਿਸਾਨਾਂ ਨੇ ਇਹੀ ਹਦਾਇਤ ਕੀਤੀ ਸੀਗੀ ਕਿ ਬਈ ਤੁਸੀਂ ਸੱਭਿਅਕ ਭਾਸ਼ਾ ਵਰਤਣੀ ਆ, ਕਿਸੇ ਨਾਲ ਲੜਨਾ ਨਹੀਂਗਾ ਕੋਈ। ਤੇ ਪਰ ਜਦੋਂ ਕਿਉਂਕਿ ਜਿਹੜੇ ਕਿਸਾਨ ਆ ਉਹ ਇਸ ਵੇਲੇ ਬੜੇ ਅੱਗੇ ਆ, ਉਹ ਬੜੇ ਤੰਗ ਆ ਤੇ ਉਹ ਜਦੋਂ ਸਵਾਲ ਕਰਦੇ ਆ, ਜਿਹੜੇ ਤਾਂ ਮੈਚਿਓਰ ਲੀਡਰ ਨੇ ਉਹ ਤਾਂ ਤਹੱਮਲ ਰੱਖ ਸਕਦੇ ਆ, ਪਰ ਜਿਨ੍ਹਾਂ ਦਾ ਕੋਈ ਕਿਸਾਨੀ ਸੰਘਰਸ਼ ਦੇ ਵਿੱਚ ਜੀ ਮਰ ਗਿਆ, ਜਿਨ੍ਹਾਂ ਦਾ ਕੋਈ ਨੁਕਸਾਨ ਹੋ ਗਿਆ ਜਾਂ ਉਂਝ ਵੀ ਉਹਨਾਂ ਦਾ ਗੁੱਸਾ ਜਿਹੜਾ ਪੋਲੀਟੀਕਲ ਪਾਰਟੀਆਂ ਤੇ ਆ, ਤੇ ਉਹ ਕਿਸੇ ਥਾਂ ਜਿਹੜਾ ਨਾ ਉਹ ਵਿਰੋਧ ਹੋ ਜਾਂਦਾ ਸੀਗਾ, ਕਨਫਰੰਟੇਸ਼ਨ ਹੋ ਜਾਂਦੀ ਸੀਗੀ। ਇਹ ਮੈਂ ਮਹਿਸੂਸ ਕਰਦਾ ਵੀ ਇਹ ਇੱਕ ਬਹੁਤ ਚੰਗੀ ਗੱਲ ਹੈ, ਚੰਗਾ ਕਦਮ ਹੈ ਜੀ। ਬਿਲਕੁਲ ਤਲਖੀ ਰੋਕਣ ਲਈ ਇੱਕ ਵਧੀਆ ਕਦਮ ਹੈ ਸਾਰੇ, ਬਹੁਤ ਵਧੀਆ, ਬਿਲਕੁਲ ਠੀਕ ਕਹਿ ਰਹੇ ਤੁਸੀਂ। ਇੱਕ ਡੈਮੋਕ੍ਰੇਟਿਕ ਕਦਮ ਹੈ। ਹਾਂਜੀ, ਅੱਛਾ ਬਸ ਸਾਹਿਬ ਦੋ ਗੱਲਾਂ ਹੋਰ ਨਿੱਕੀਆਂ ਕਰ ਲਈਏ। ਇੱਕ ਤਾਂ ਪੰਜਾਬ ਵਾਲਿਆਂ ਨੇ ਗੰਨੇ ਦਾ ਭਾਅ ਵਧਵਾਇਆ ਸੀਗਾ, ਮਤਲਬ ਐ ਕਹਿ ਲਈਏ ਡੰਗ ਦੇ ਜ਼ੋਰ ਨਾਲ 4 ਦਿਨ ਸਭ ਕੁਝ ਬੰਦ ਕਰਕੇ ਕੈਪਟਨ ਸਾਹਿਬ ਨੂੰ ਮਜਬੂਰ ਕਰ ਦਿੱਤਾ ਸੀ। 360 ਭਾਅ ਹੋ ਗਿਆ ਸੀ ਤੇ ਅਸੀਂ ਕਹਿੰਦੇ ਸੀ ਕਿ ਹਰਿਆਣੇ ਵਾਲਿਆਂ ਦਾ 350 ਤੋਂ ਵੱਧ ਭਾਅ ਮਨਜ਼ੂਰ ਕਰਾ ਲਿਆ ਇਹਨਾਂ ਨੇ, ਤੇ ਅੱਜ ਹਰਿਆਣੇ ਨੇ ਵੀ 12 ਰੁਪਏ ਵਧਾਤੇ, ਪੰਜਾਬ ਨੂੰ 2 ਰੁਪਏ ਵੱਧ ਕਰਤੇ ਆ ਜੀ। ਚਲੋ ਚੰਗੀ ਖਬਰ ਹੈ ਵੈਸੇ ਕਿ ਹਰਿਆਣੇ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਹੈ ਕਿ ਹੁਣ 12 ਰੁਪਏ ਪਰ ਕੁਇੰਟਲ ਭਾਅ ਜਿਹੜਾ ਉਹ ਵਧਾਤਾ। ਮੈਂ ਕਹਿੰਦਾ ਜੀ ਜੇ ਇਦਾਂ ਦੀ ਬਿਡਿੰਗ ਹੋਵੇ ਤਾਂ ਬਹੁਤ ਵਧੀਆ ਆ। ਵੀ ਪੰਜਾਬ ਨੇ 360 ਕੀਤਾ, ਉਹਨਾਂ ਨੇ 362 ਕਰਤਾ ਤੇ ਕੇਂਦਰ ਹੁਣ 365 ਜਾਂ 370 ਕਰ ਦੇਵੇ ਤੇ ਹੋਰ ਜਿਹੜੇ ਨਹੀਂ ਮੁਕਾਬਲੇਬਾਜ਼ੀ ਤੇ ਸਰ ਤਾਂ ਹੀ 360 ਦਾ 370 ਕਰ ਦੇਗਾ। ਕਿਸਾਨ ਕਹਿ ਰਹੇ ਕਿ 380 ਰੁਪਏ ਤੇ ਖਰਚ ਆ ਰਿਹਾ ਯੂਨੀਵਰਸਿਟੀਆਂ ਦੇ ਮੁਤਾਬਕ, ਤੇ ਹੋਰ ਜਸਟੀਫਾਈ ਹੋ ਜਾਂਦਾ ਜੇ ਚਲੋ 380 ਵੀ ਕਰਦੇ 370 ਜਾਂ 75 ਕਰ ਦਿੰਦੇ, ਤਾਂ ਕਿ ਫਿਰ ਸੈਂਟਰ ਨੂੰ ਵੀ ਇਹਦੇ ਤੇ ਸੋਚਣ ਨੂੰ ਥੋੜਾ ਜਿਹਾ ਧਿਆਨ ਦੇਣਾ ਪੈਂਦਾ ਜੀ। ਤੇ ਮੈਂ ਕਹਿੰਦਾ ਵੀ ਚਲੋ ਭਾਵੇਂ 2 ਰੁਪਏ ਵੀ ਵੱਧ ਕੀਤੇ ਆ, ਇਦਾਂ ਗਾਂ ਵੱਧਦੇ ਜਾਣ ਇੱਕ ਦੂਜੇ ਨਾਲੋਂ, ਕੇਂਦਰ ਇਹਦੋਂ ਵੀ ਗਾਂ ਵੱਧ ਜਾਵੇ। ਤੇ ਉਹ ਤਾਂ ਕਿਸਾਨਾਂ ਨੇ ਪੰਜਾਬ ਦਿਆਂ ਨੇ ਕੈਲਕੂਲੇਟ ਕੀਤਾ ਸੀਗਾ ਕਿ ਉਹ 400 ਦੇ ਕਰੀਬ ਜਿਹੜਾ ਨਾ ਖਰਚਾ ਪੈਂਦਾ ਹੈਗਾ। ਤੇ ਇਹ ਚਲੋ ਫਿਰ ਵੀ ਮੈਂ ਕਹਿੰਦਾ ਵੀ ਜੇ ਇਸ ਕਿਸਮ ਦੀ ਮੁਕਾਬਲੇਬਾਜ਼ੀ ਹੋਵੇ ਕਿ ਅਸੀਂ ਦੂਜੀ ਸਟੇਟ ਨਾਲੋਂ ਵੱਧ ਲਾਭ ਦੇਣੇ ਆ ਤਾਂ ਵੱਧ ਪਾ ਦੇਣੇ, ਮੈਂ ਕਹਿੰਦਾ ਚੰਗੀ ਗੱਲ ਹੈ। ਬਿਲਕੁਲ ਚੰਗੀ ਗੱਲ ਹੈ ਜੀ।
ਇਹ ਕੋਈ ਇਤਰਾਜ਼ਯੋਗ ਨਹੀਂ ਹੈ। ਖੇਤੀ ਮਾਰ ਵੀ ਕਹਿੰਦੇ ਆ ਕਿ 380 ਰੁਪਏ ਜਿਹੜੇ ਅਸੀਂ ਸਹਿਮਤ ਹੈ ਕਿ 380 ਰੁਪਏ ਕਿਸਾਨਾਂ ਦਾ ਖਰਚਾ ਆ ਤੇ ਪ੍ਰੋਫਿਟ ਤੇ ਥੋੜਾ ਬਹੁਤਾ ਹੋਣਾ ਹੀ ਚਾਹੀਦਾ ਨਾ, ਕੋਈ ਵੀ ਕੰਮ ਧੰਦਾ ਤਾਂ ਹੀ ਚੱਲਦਾ ਜੇ ਚ ਕੋਈ ਥੋੜਾ ਬਹੁਤਾ ਗੁੰਜਾਇਸ਼ ਪ੍ਰੋਫਿਟ ਵੀ ਰੱਖੀ ਜਾਵੇ। ਚਲੋ ਲਾਸਟ ਖਬਰ ਆਪਾਂ ਕਰ ਲਈਏ ਕਰਨਾਲ ਐਜੀਟੇਸ਼ਨ ਦੀ। ਵੱਡੀ ਲੀਡਰਸ਼ਿਪ ਤੇ ਚਲ ਗਈ ਵਾਪਸ ਟਿਕਰੀ ਬਾਰਡਰ ਸਾਰੀ ਜਗ੍ਹਾ ਦੇ ਉੱਤੇ ਤੇ ਚੰਦੂਨੀ ਸਾਹਿਬ ਨੇ ਉੱਥੇ ਇਕੱਲੇ, ਉਹਨਾਂ ਦੀ ਕੰਟਰਾਵਰਸੀ ਵੈਸੇ ਲੰਗਰਾਂ ਨੂੰ ਲੈ ਕੇ ਸੁਖਬੀਰ ਬਾਦਲ ਨਾਲ ਕਾਫੀ ਚੱਲੀ ਹੋਈ ਆ, ਆਪਾਂ ਉਸ ਖਬਰ 'ਚ ਨਹੀਂ ਪੈਂਦੇ। ਹਾਲਾਂਕਿ ਗੁਰੂ ਘਰ ਸਾਰਿਆਂ ਦੇ ਸਾਂਝੇ ਆ। ਉਹ ਬੜਾ ਸੋਹਣਾ ਜਵਾਬ ਦਿੱਤਾ ਚੰਦੂਨੀ ਸਾਹਿਬ ਨੇ ਕਿ ਸੁਖਬੀਰ ਬਾਦਲ ਹੀ ਗੁਰਦੁਆਰਿਆਂ ਦੇ ਠੇਕੇਦਾਰ ਨਹੀਂ ਗਏ ਤੇ ਨਾ ਹੀ ਅਸੀਂ ਗੁਰਦੁਆਰੇ ਰਿਕੁਐਸਟ ਕਰਕੇ ਲੰਗਰ ਮੰਗਦੇ ਆ। ਸਿੱਖਾਂ ਦੀ ਪ੍ਰਥਾ ਆ ਕਿ ਗੁਰੂ ਘਰ ਆਪਣੇ ਆਪ ਸੇਵਾ ਕਰਦੇ ਆ ਔਰ ਸਾਨੂੰ ਕੋਈ ਟੋਟ ਵੀ ਨਹੀਂ ਗਈ। ਬੜੀ ਵਧੀਆ ਚੱਲੀ ਹੈ ਗੱਲ। ਪਰ ਇੱਕ ਖਬਰ ਕਿ ਅਜੇ ਤੱਕ ਪ੍ਰਸ਼ਾਸਨ ਤੇ ਹਰਿਆਣੇ ਦੀ ਗਵਰਨਮੈਂਟ ਜਿਹੜੀ ਆ ਉਹ ਟਸ ਤੋਂ ਮਸ ਨਹੀਂ ਹੋ ਰਹੀ। ਕਿਸਾਨਾਂ ਨੇ ਕਾਫੀ ਰਾਹਤਾਂ ਦੇ ਦਿੱਤੀਆਂ ਜੀ, ਸੈਕਟਰੀਏਟ ਦੇ ਰਾਹ ਵੀ ਖੋਲ ਦਿੱਤੇ, ਵਕੀਲਾਂ ਵਾਲੇ ਚੈਂਬਰਾਂ ਵਾਲੇ ਪਾਸੇ ਵੀ ਰਾਹ ਖੋਲ ਦਿੱਤਾ, ਸੜਕ ਦੀਆਂ ਵੀ 2 ਲੇਨ ਹੁੰਦੀਆਂ ਇੱਕ ਲੇਨ ਖੋਲ ਦਿੱਤੀ ਤੇ ਕੰਮਕਾਜ ਇੱਥੇ ਉਹਨਾਂ ਦਾ ਚੱਲ ਪਿਆ। ਪਰ ਕਿਸਾਨ ਰੜੇ ਮੈਦਾਨ ਅਜੇ ਬੈਠੇ ਹੋਏ ਆ, ਕੋਈ ਸੁਣਵਾਈ ਉਹਨਾਂ ਦੀ ਹੋਈ ਨਹੀਂ। ਦੇਖੋ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਵਾਪਸ ਗਈ ਆ, ਉਹ ਤਾਂ ਦੇਖੋ ਇਹ ਹਰਿਆਣੇ ਦੀ ਜਿਹੜੀ ਸਰਕਾਰ ਆ ਉਹ ਕਿਸਾਨ ਲੀਡਰਸ਼ਿਪ ਦੀ ਬੇਇੱਜ਼ਤੀ ਕਰ ਰਹੀ ਸੀ। ਬੇਇੱਜ਼ਤੀ ਇਸ ਸੈਂਸ ਦੇ ਵਿੱਚ ਕਰ ਰਹੀ ਸੀਗੀ ਕਿ ਉਹਨਾਂ ਦੀ ਤਾਂ ਟੌਪ ਦੀ ਲੀਡਰਸ਼ਿਪ ਉੱਥੇ ਬੈਠੀ ਆ, ਇਹਨਾਂ ਨਾਲ ਮੀਟਿੰਗ ਕਰਦੀ ਹੈਗੀ ਆ ਔਰ ਸਰਕਾਰ ਵੱਲੋਂ ਜਾਂਦਾ ਹੈਗਾ ਡਿਪਟੀ ਕਮਿਸ਼ਨਰ ਤੇ ਐਸਐਸਪੀ। ਹੁਣ ਨੈਸ਼ਨਲ ਲੀਡਰ ਜਿਹੜੇ ਹੈਗੇ ਆ ਜਿਨ੍ਹਾਂ 'ਚ ਭਾਵੇਂ ਟਕੈਤ ਵੀ ਆ, ਯੋਗਿੰਦਰ ਯਾਦਵ ਆ ਜਾਂ ਸਮੁੱਚੀ ਲੀਡਰਸ਼ਿਪ ਜਿਹੜੀ ਹੈਗੀ ਆ ਕਿਸਾਨੀ ਦੀ, ਉਹ ਤਾਂ ਇਸ ਵੇਲੇ ਪ੍ਰਾਈਮ ਮਿਨਿਸਟਰ ਦੇ ਹਾਣ ਦੇ ਨੇ, ਮਤਲਬ ਕੇਂਦਰੀ ਮੰਤਰੀਆਂ ਦੇ ਹਾਣ ਦੇ ਆ ਤੇ ਉਹਨਾਂ ਦੇ ਨਾਲ ਕੋਈ ਮੁੱਖ ਮੰਤਰੀ ਜਾਂ ਕੋਈ ਮੰਤਰੀ ਗੱਲ ਨਾ ਕਰੇ ਤੇ ਉਹਨਾਂ ਦੇ ਨਾਲ ਜਾ ਕੇ ਗੱਲ ਕਰਨ ਡੀਸੀ ਤੇ ਐਸਐਸਪੀ ਉਹਨਾਂ ਦੇ ਨਾਲ ਜਦੋਂ ਭੇਜਦੇ ਸੀਗੇ ਉਹਨਾਂ ਨੂੰ ਗੱਲ ਕਰਨ ਲਈ ਤੇ ਉਹ ਇੱਕ ਉਹਨਾਂ ਦੀ ਇਨਸਲਟ ਵਾਲੀ ਗੱਲ ਸੀਗੀ। ਦੂਜੀ ਗੱਲ ਇਹ ਆ ਕਿ ਦੇਖੋ ਰਾਹ ਕਿੱਦਾਂ ਕੱਢਦੇ ਆ। ਜਿਹੜਾ ਸਿਨਾ ਆ ਜੀ ਜਿਹੜਾ ਜਿਹਨੇ ਲਾਠੀਚਾਰਜ ਕਰਾਇਆ ਸੀਗਾ, ਉਹ ਵੀਡੀਓ ਉਹਦੀ ਵਾਇਰਲ ਹੋਈ ਆ ਜਿਹਦੇ ਚੋਂ ਕਹਿ ਰਿਹਾ ਬਈ ਸਿਰ ਪਾੜ ਦਿਓ ਤੇ ਉਹ ਹੁਣ ਕਹਿੰਦੇ ਆ ਜੀ ਅਸਲ 'ਚ ਨਾ ਇਹ ਜਿਹੜਾ ਹੁਕਮ ਹੈ ਨਾ ਸਿਰ ਪਾੜਨ ਦਾ, ਇਹ ਸੀਐਮ ਖੱਟੜ ਸਾਹਿਬ ਨੇ ਦਿੱਤਾ ਸੀਗਾ ਅਸਲ ਦੇ ਵਿੱਚ, ਇਹ ਐਸਡੀਐਮ ਨੇ ਨਹੀਂ ਦਿੱਤਾ। ਸੋ ਵੀ ਕਿਸਾਨ ਜਿਹੜੇ ਆ ਉਹ ਜਿਹੜੀ ਕਾਰਵਾਈ ਆ ਉਹ ਐਸਡੀਐਮ ਦੇ ਖਿਲਾਫ ਮੰਗਦੇ ਆ ਤੇ ਹੁਣ ਉਹ ਫਿਰ ਖੱਟੜ ਸਾਹਿਬ ਦਾ ਅਸਤੀਫਾ ਮੰਗਣ, ਮਤਲਬ ਵੱਡਾ ਲੈਵਲ ਜਿਹੜਾ ਉਹਦਾ ਹੋਵੇ। ਸੋ ਇਸ ਤਰੀਕੇ ਨਾਲ ਉਹਨਾਂ ਨੇ ਬਹਾਨੇਬਾਜ਼ੀ ਕਰਕੇ ਕੀਤੀ ਆ ਗੱਲ ਔਰ ਖੱਟੜ ਸਾਹਿਬ ਜਿਹੜੇ ਆ ਉਹਨਾਂ ਨੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨੂੰ ਐਡਮਿਨਿਸਟ੍ਰੇਸ਼ਨ ਵਾਂਗੂ ਨਹੀਂ ਯੂਜ਼ ਕੀਤਾ, ਉਹਨਾਂ ਨੂੰ ਪੋਲੀਟੀਕਲੀ ਵਾਂਗੂ ਯੂਜ਼ ਕੀਤਾ ਹੈਗਾ। ਕਿਉਂਕਿ ਉਹ ਜਿਹੜਾ ਸਿਨਾ ਹੈ ਐਸਡੀਐਮ, ਉਹਦਾ ਚਾਚਾ ਜਿਹੜਾ ਉਹ ਆਰਐਸਐਸ ਦਾ ਮੁੱਖ ਪ੍ਰਚਾਰਕ ਆ, ਵੱਡਾ ਮਤਲਬ ਜਿਹੜਾ ਲੀਡਰ ਆ ਆਲ ਇੰਡੀਆ ਦੇ, ਤੇ ਉਹਨੇ ਵੀ ਐਸਡੀਐਮ ਨੇ ਵੀ ਲੋਕ ਸੇਵਕ ਦੇ ਤੌਰ ਤੇ ਨਹੀਂ ਆਪਣੀ ਡਿਊਟੀ ਕੀਤੀ, ਉਹਨੇ ਆਰਐਸਐਸ ਦੇ ਵਰਕਰ ਦੇ ਤੌਰ ਤੇ ਆਪਣੀ ਡਿਊਟੀ ਕੀਤੀ ਹੈਗੀ ਆ। ਔਰ ਇਹ ਬੜੀ ਮਹਿੰਗੀ ਪੈਣ ਵਾਲੀ ਗੱਲ ਹੈਗੀ ਆ ਹਰਿਆਣਾ ਸਰਕਾਰ ਨੂੰ, ਕਿਉਂਕਿ ਖੱਟੜ ਨੂੰ ਇਹਦੋਂ ਵੱਧ ਕਿੰਨਾ ਕੁ ਲੋਕੀ ਪ੍ਰੋਟੈਸਟ ਕਰ ਸਕਦੇ ਆ ਕਿ ਵਿਦਨ ਨੋ ਟਾਈਮ ਉਹਨੇ 144 ਵੀ ਲਾ ਜੀ ਬਿਲਕੁਲ ਕੁੜੀਆਂ ਵੀ ਛੱਡ ਲੀਆਂ, ਉਹਨੇ ਬੜਾ ਕੁਝ ਕਰ ਲਿਆ, ਪਾਣੀ ਦੀਆਂ ਵਿਛਾੜਾਂ ਵੀ ਮਾਰ ਲਈਆਂ ਤੇ ਲੋਕਾਂ ਦਾ ਸੈਲਾਬ ਜਿਹੜਾ ਉਹ ਰੁਕਿਆ ਨਹੀਂ ਹੈ। ਤੇ ਹੁਣ ਵੀ ਮੈਂ ਸਮਝਣਾ ਵੀ ਇਹ ਜਿਹੜੇ ਇਦਾਂ ਦੇ ਹੱਥ ਕੰਡੇ ਵਰਤਦੇ ਆ ਨਾ, ਇਹ ਕੋਈ ਹਰਿਆਣਾ ਸਰਕਾਰ ਦੇ ਜਾਂ ਖੱਟੜ ਸਾਹਿਬ ਦੇ ਹੱਕ 'ਚ ਨਹੀਂ ਜਾ ਸਕਦੇ, ਇਹ ਉਹਨਾਂ ਦੇ ਵਿਰੋਧ 'ਚ ਹੀ ਜਾਣੇ ਆ। ਇਹ ਜਿੱਦਾਂ ਜ਼ਿਆਦਾ ਤਸ਼ੱਦਦ ਕਰਨਗੇ ਉਹਨੇ ਲੋਕ ਇਹਨਾਂ ਦੇ ਜ਼ਿਆਦਾ ਖਿਲਾਫ ਹੋਣਗੇ। ਬਿਲਕੁਲ ਪ੍ਰੈਸ ਸਾਹਿਬ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਸਮਾਂ ਆਪਣਾ ਹੋ ਗਿਆ, ਬਹੁਤ ਧੰਨਵਾਦ ਤੁਹਾਡਾ। ਇਹ ਗੱਲ ਕਹਿ ਦੇਣੀ ਕਿ ਪ੍ਰਸ਼ਾਸਨ ਨੇ ਆਪਣੇ ਆਪ ਹੀ ਕਰ ਲਿਆ ਹੋਊਗਾ, ਇਹ ਕਿਸਾਨ ਆਗੂ ਪਹਿਲੇ ਦਿਨ ਤੋਂ ਨਹੀਂ ਸੀ ਮੰਨ ਰਿਹਾ। ਕਿਸਾਨ ਆਗੂ ਨੂੰ ਪਤਾ ਹੈ ਕਿ ਹਰਿਆਣੇ ਦੇ ਮੁੱਖ ਮੰਤਰੀ ਜਿਹੜੇ ਆ ਉਹ ਕੋਈ ਬਹੁਤੇ ਮਤਲਬ ਸਿਆਸੀ ਤੌਰ ਤੇ ਸਮਝਦਾਰ ਵਿਅਕਤੀ ਨਹੀਂ ਗੇ। ਜਿਸ ਤਰੀਕੇ ਨਾਲ ਉਹਨਾਂ ਕਿਸਾਨ ਮੂਵਮੈਂਟ ਨਾਲ ਨਜਿੱਠਿਆ ਜਾਂ ਆਪਣੇ ਵੱਡੇ ਆਗੂਆਂ ਨੂੰ ਖੁਸ਼ ਕਰਨ ਲਈ ਕਿਸਾਨ ਮੂਵਮੈਂਟ ਦੇ ਰਾਹ 'ਚ ਕੰਡੇ ਬੀਜੇ, ਉਹਨਾਂ ਨੇ ਕਿਸਾਨਾਂ ਦੇ ਰਾਹ 'ਚ ਨਹੀਂ ਖੁਦ ਆਪਣੇ ਰਾਹ 'ਚ ਹੀ ਕੰਡੇ ਬੀਜਿਆ ਤੇ ਆਪਣੀ ਪਾਰਟੀ ਦੇ ਰਾਹ 'ਚ ਕੰਡੇ ਬੀਜਿਆ। ਤੇ ਜੇਕਰ ਵਾਕਿਆ ਹੀ ਖੱਟੜ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਇਹ ਹੋ ਰਿਹਾ ਤਾਂ ਇੱਕ ਹੋਰ ਵੀ ਸੀਰੀਅਸ ਗੱਲ ਹੈ ਤੇ ਕਿਸਾਨ ਆਗੂਆਂ ਵਾਸਤੇ ਸਗੋਂ ਚੰਗੀ ਗੱਲ ਹੈ ਕਿ ਇਹ ਸਾਬਤ ਹੋ ਗਿਆ। ਜੇ ਉੱਥੋਂ ਦਾ ਪ੍ਰਸ਼ਾਸਨ ਕਹਿੰਦਾ ਹੈ ਕਿ ਖੱਟੜ ਸਾਹਿਬ ਦੇ ਕਹਿਣ ਤੇ ਕੀਤਾ ਤਾਂ ਫਿਰ ਸਾਫ਼ ਪਤਾ ਲੱਗਦਾ ਹੈ ਕਿ ਜਿਹੜੇ ਲੋਕਾਂ ਦੁਆਰਾ ਚੁਣੇ ਹੋਏ ਲੋਕ ਨੇ ਇਹ ਲੋਕਾਂ ਦੇ ਨਹੀਂ,
ਇਹ ਕੁਝ ਹੋਰ ਹੀ ਵਿਅਕਤੀ ਨੇ। ਇਹ ਅੰਦੋਲਨ ਵਾਸਤੇ ਇੱਕ ਚੰਗੀ ਖਬਰ ਹੈ ਕਿ ਸਿੱਧੀ ਲੜਾਈ ਖੱਟਰ ਨਾਲ ਜਿਹੜੀ ਆ ਹੁਣ ਹੋਏਗੀ। ਨਾਲ ਦੀ ਨਾਲ ਜਿਹੜਾ ਆਰਡਰ ਦੇਣ ਵਾਲਾ ਵਿਅਕਤੀ ਆ ਉਹਦੀ ਜਿਹੜੀਆਂ ਮੰਗਾਂ ਨੇ ਉਹ ਤੇ ਹੈ ਹੀ ਨਾ ਆਪਣੀ ਥਾਂ, ਪਰ ਖੱਟਰ ਨਾਲ ਸਿੱਧੀ ਸਿਆਸੀ ਲੜਾਈ ਜਿਹੜੀ ਆ ਉਹ ਆਰੰਭ ਹੋ ਸਕੇਗੀ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ, ਧੰਨਵਾਦ। ਜਾਂਦੇ ਜਾਂਦੇ ਗਿੱਲ ਸਾਹਿਬ ਇਹ ਬੜੀ ਇੱਕ ਆਮ ਗੱਲ ਹੈਗੀ ਆ ਕਿ ਬਹੁਤੀਆਂ ਸਰਕਾਰਾਂ ਜਿਹੜੀਆਂ ਉਹ ਪ੍ਰਸ਼ਾਸਨ ਨੂੰ ਆਪਣੇ ਹਿੱਤਾਂ ਲਈ ਵਰਤਦੀਆਂ ਆ। ਜੀ ਜੀ। ਉਹ ਪ੍ਰਸ਼ਾਸਨ ਨੂੰ ਵੇਖਣਾ ਚਾਹੀਦਾ ਕਿ ਉਹ ਜਿਹੜੇ ਆ ਉਹ ਲੋਕ ਸੇਵਕ ਹੈਗੇ ਆ, ਉਹ ਕਿਸੇ ਮੁੱਖ ਮੰਤਰੀ ਦੇ ਜਾਂ ਕਿਸੇ ਪਾਰਟੀ ਦੇ ਸੇਵਕ ਨਹੀਂ ਹੈਗੇ। ਸੋ ਇਹ ਚੰਗੀ ਗੱਲ ਹੈਗੀ ਆ ਕਿ ਉਹਨਾਂ ਨੇ ਅਧਿਕਾਰੀਆਂ ਨੇ ਕਹਿਤਾ ਵੀ ਸਾਨੂੰ ਤਾਂ ਭਾਈ ਸੀਐਮ ਨੇ ਇਦਾਂ ਕਿਹਾ ਸੀਗਾ, ਇਹ ਸੀਐਮ ਦੇ ਆਰਡਰ ਆ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਇਦਾਂ ਹੋਣਾ ਚਾਹੀਦਾ ਜੀ, ਸਿੱਧਾ ਨਿਸ਼ਾਨਾ ਖੱਟੜ ਹੋਣਾ ਚਾਹੀਦਾ, ਨਾ ਕਿ ਉਹ ਜਿਹੜੇ ਅਫਸਰ ਨੇ ਉਹ ਕਈ ਵਾਰ ਮਜਬੂਰੀਆਂ ਵੀ ਹੁੰਦੀਆਂ ਨੇ, ਪੋਸਟਾਂ ਲੈਣੀਆਂ ਹੁੰਦੀਆਂ, ਚੰਗੀ ਜਗ੍ਹਾ ਲੱਗਣਾ ਹੁੰਦਾ, ਮਲਾਈਦਾਰ ਅਹੁਦੇ ਲੈਣੇ ਹੁੰਦੇ ਆ, ਕੋਈ ਕਮਾਈਆਂ ਕਰਨੀਆਂ ਹੁੰਦੀਆਂ। ਆਪਾਂ ਸਭ ਕੁਝ ਪਤਾ ਜੋ ਉੱਥੇ ਚੱਲਦਾ ਜੀ, ਤੇ ਜਿਵੇਂ ਜਿਵੇਂ ਉੱਥੇ ਸਾਰਾ ਕੰਮ ਹੁੰਦਾ। ਸੋ ਖੱਟੜ ਨਾਲ ਸਿੱਧੀ ਲੜਾਈ ਜਿਹੜੀ ਆ ਉਹਦਾ ਮਜ਼ਾ ਕਿਸਾਨਾਂ ਨੂੰ ਵੱਖਰੀ ਤਰ੍ਹਾਂ ਦਾ ਆਊਗਾ। ਅੰਦੋਲਨ ਦਾ ਛੇਕ ਉਹਦੇ ਤੱਕ ਵੀ ਸਿੱਧੇ ਤੌਰ ਤੇ ਪਹੁੰਚੇ। ਬਹੁਤ ਦੁਖੀ ਕੀਤਾ ਉਹਨਾਂ ਕਿਸਾਨਾਂ ਨੂੰ ਜੀ। ਬਹੁਤ ਧੰਨਵਾਦ ਤੁਹਾਡਾ ਜੀ। ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।